सिमरो अंगद दुख निकंदन, गुरु अमरदास हृदय नित त्याऊं, हृदय नित त्याऊं। श्री गुरु रामदास गुण गाऊं, गुरु अर्जन विघ्न के नाशक, विघ्न नाशक। श्री हरि गोविंद सुमत प्रकाशक, श्री हरि राय नमो कर जोरी, नमो कर जोरी। श्री हरि कृष्ण मनाऊं, गुरु तेग बहादुर परम कृपाला, परम कृपाला। श्री गुरु गोविंद सिंह बिसाला, तरो तरा पर पुन पुन सीसा, पुन पुन सीसा। बंदो बार बार जग एक ओंकार सतगुरु, प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। दोहरा एक दिन मैं तर पावनी, अपनो भलो पछान। दीन खान खाना पियो, गुरपग बंधन ठान। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनो, रोजाना की तरह पातशाह जी की अपार कृपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां धन धन साहिबे कमाल दो जहान के वाली, हलत पलट के रखियक सतगुरु दीना दयाल श्री गुरु गोबिंद सिंह जी का पवित्र इतिहास सरवण कर रहे हाँ। सतगुरु पातशाह जी आगरे पहुँचे हैं। आगरे के एक बाग विच इन्हां ने पड़ाव किया है। सतगुरां दे लई एक स्थान का इंतजाम किया गया, क्योंकि चमासे का महीना सी, बारिशां दे दिन चलते सन। सिंघां दे लई भी अरेंजमेंट किया गया और इत्थे ही बहुत सारियां सिख संगतां आ करके धन धन श्री गुरु गोबिंद सिंह महाराज जी नूं मिलदियां, दर्शन करदियां। ते पिछले दिनी आपां एक पठान ਦਾ ਨਾਮ ਸੁਣਿਆ ਸੀ, ਖਾਨਾ ਖਾਨ ਪਠਾਨ। ਇਹ ਪਹਿਲਾਂ ਪਿੱਛੇ ਵੀ ਸਤਿਗੁਰਾਂ ਨੂੰ ਮਿਲਿਆ ਸੀ ਤੇ ਅੱਜ ਫਿਰ ਇਹ ਦੁਬਾਰਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ ਹੈ। ਔਰ ਸਤਿਗੁਰਾਂ ਨੂੰ ਕੀ ਬੇਨਤੀ ਕਰਦਾ ਹੈ ਤੇ ਹੋਰ ਇੱਥੇ ਸਤਿਗੁਰਾਂ ਨੇ ਕੀ ਕੌਤਕ ਕੀਤੇ ਆ, ਇਹ ਆਪਾਂ ਅੱਜ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦੱਸਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ, ਆਖੋ ਜੀ वाहिगुरु जी का खालसा, वाहिगुरु जी की फतेह। दोहरा एक दिन मैं तर पावनी, अपनो भलो पछान। कहंदे एक दिन खाना खान नाम का यह पठान है, जिहड़ा अपने भले वास्ते सतगुरां दे कोल बड़ी भावना लैके आउंदा है जी। दीन खान खाना पियो, गुरपग बंधन ठान। बड़ा निमाणा निताणा जिहा हो के, दीन जा हो के गुरु प्यारिओ सतगुरां दे चरनां विच आ करके नमस्कार करदा है, बेनती करदा है जी। सभा स्थान जहाँ बनवायो, ले सतगुर को संग सिधायो। तो जिथे गुरु प्यारिओ सभा लगी है, उथे धन धन श्री गुरु गोबिंद सिंह महाराज जी नूं नाल ले गए है। पावन पावन को करे, पावन कर मेरे जब फिरै। और इसने बेनती की है कि मैं सतगुरां दे पवित्र चरण अपने घर विच अपने स्थान ते पवा लवां
ਤੇ ਜਗ੍ਹਾ ਪਵਿੱਤਰ ਹੋ ਜਾਵੇਗੀ। ਆਸਤਰਨ ਸੁੰਦਰ ਵਿਛਵਾਈ, ਸਾਦਰ ਸਤਿਗੁਰ ਤਾਹਾਂ ਬਿਠਾਏ। ਔਰ ਆਪਣੇ ਘਰ ਦੇ ਵੀ ਸੁੰਦਰ ਪਲੰਘਾਂ ਲਾ ਕੇ ਉੱਪਰ ਚਿੱਟੀਆਂ ਚਾਦਰਾਂ ਵਿਛਾ ਕਰਕੇ ਸਤਿਕਾਰ ਸਹਿਤ ਸਤਿਗੁਰਾਂ ਨੂੰ ਬਿਠਾਉਣਾ ਕੀਤਾ ਜੀ। ਅਨਕ ਕੋਰ ਜੋਰ ਕਰ ਦੀਨਾ, ਬਿਨਤੀ ਕੀ ਨ ਹੋਏ ਮਨ ਦੀਨਾ। ਔਰ ਬੇਅੰਤ ਭੇਟਾਵਾਂ ਮਨ ਨਿਮਾਣਾ ਜਿਹਾ ਕਰਕੇ ਬੇਨਤੀ ਸਹਿਤ ਇਸ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕੀਤੀਆਂ ਹਨ। ਸ਼੍ਰੀ ਪ੍ਰਭ ਸੋ ਪ੍ਰਸੰਨ ਬਹੁ ਭਈ, ਖੁਸ਼ੀ ਕਰੀ ਸਗਰੀ ਸੁਖ ਦੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹੀ ਖੁਸ਼ ਹੋਏ ਖਾਨਾ ਖਾਨ ਪਠਾਨ ਦੇ ਉੱਤੇ। ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਨਜ਼ਰੀ ਨਜ਼ਰ ਨਿਹਾਲ ਕੀਤਾ ਹੈ ਜੀ। ਪ੍ਰਥਮ ਖਾਨ ਖਾਨਾ ਜੋ ਬੇਹੋ, ਅਕਬਰ ਕੀ ਮਾਤੁਲ ਤੇ ਜਿਓ। ਔਰ ਪਹਿਲਾਂ ਇੱਕ ਖਾਨਾ ਖਾਨ ਨਾਮ ਦਾ ਮਨੁੱਖ ਹੋਇਆ ਹੈ, ਜੋ ਬਾਦਸ਼ਾਹ ਅਕਬਰ ਦੇ ਸਮੇਂ ਉਸ ਦਾ ਮਾਮਾ ਸੀ। ਬਹੁ ਨੇਕੀ ਜਗ ਵਿਖੇ ਕਮਾਈ, ਤੁਮ ਪੇ ਤਿਸ ਕੀ ਸਮਤਾ ਪਾਈ। ਜਿਸ ਤਰ੍ਹਾਂ ਉਹ ਬੜਾ ਨੇਕ ਬੰਦਾ ਸੀ, ਚੰਗਾ ਬੰਦਾ ਸੀ, ਸਤਿਗੁਰੂ ਪਾਤਸ਼ਾਹ ਉਹਦੀ ਉਦਾਹਰਨ ਦੇ ਕੇ ਕਹਿਣ ਲੱਗੇ, ਭਲਿਆ ਤੂੰ ਤਾਂ ਉਹਦੇ ਵਰਗਾ ਨੇਕ ਬੰਦਾ ਹੈ, ਉਹਦੀ ਬਰਾਬਰੀ ਕਰਦਾ ਹੈ। ਮੋਦਤ ਪਿਓ ਸੁਨ ਕੇ ਗੁਰ ਬੈਨਾ, ਹੀਰਤ ਹੈ ਸਰੂਪ ਭਰ ਨੈਣਾ। ਸਤਿਗੁਰਾਂ ਦੀ ਇਸੇ ਬਖਸ਼ਿਸ਼ ਭਰੇ ਬਚਨ ਸੁਣ ਕੇ ਕਹਿੰਦੇ ਇਹ ਬੜਾ ਖੁਸ਼ ਹੋਇਆ ਹੈ। ਸਮਤ ਤੁਰਕ ਬੈਠੀ ਸਮਦਾਇਆ, ਕਾਜੀ ਮੁੱਲਾ ਦਿਕ ਤਿਸ ਥਾਇਆ। ਔਰ ਇਹ ਸਭਾ ਦੇ ਵਿੱਚ ਹੋਰ ਵੀ ਮੁਗਲ ਬੈਠੇ ਹਨ, ਭਾਵ ਇਹਨਾਂ ਦੀਆਂ ਫੌਜਾਂ ਹੋਰ ਤੁਰਕ ਵਜ਼ੀਰ ਮੰਤਰੀ ਜਿਹੜੇ ਹਨ, ਮੁਲਾਣੇ ਕਾਜੀ ਬੈਠੇ ਹਨ। ਕਰ ਸ਼ਮਸ਼ੀਰ ਗੁਰੂ ਸ਼ਮਸ਼ੀਰ, ਬੈਠੇ ਵਿੱਚ ਸਭ ਕੀਰ ਬਡੀਰ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗਲੇ ਦੇ ਵਿੱਚ ਵੱਡੀ ਸ੍ਰੀ ਸਾਹਿਬ ਪਹਿਨੀ ਹੋਈ ਹੈ। ਔਰ ਸਿੰਘਾਸਣ ਤੇ ਬੈਠੇ ਸ਼ਮਸ਼ੇਰ ਦੀ, ਭਾਵ ਸ਼ੇਰਾਂ ਦਾ ਵੀ ਰਾਜਾ ਹੈ ਵੱਡਾ, ਉਹਨੂੰ ਸ਼ਮਸ਼ੇਰ ਕਹਿੰਦੇ ਆ। ਸ਼ਮਸ਼ੇਰ ਦੀ ਨਿਆਈ ਸੋਭਦੇ ਹਨ। ਦਰ ਸੇ ਨਰ ਨਿਜ ਗਰੀਬ ਨਿਵਾਵੈ, ਜੋ ਬੂਝੇ ਉੱਤਰ ਫਰਮਾਵੈ। ਔਰ ਲੋਕ ਕਾਜੀ ਮਲਾਣੇ ਹੋਰ ਜਨਤਾ ਅਨੇਕਾਂ ਤਰ੍ਹਾਂ ਦੇ ਪ੍ਰਸ਼ਨ ਕਰਦੀ ਹੈ ਸਤਿਗੁਰਾਂ ਨੂੰ, ਤੇ ਸਤਿਗੁਰੂ ਉਹਨਾਂ ਦੇ ਪ੍ਰਸ਼ਨਾਂ ਦਾ ਕਹਿੰਦੇ ਜਵਾਬ ਦਿੰਦੇ ਹਨ। ਸਤਿਗੁਰ ਕੀ ਵਿਸਾਲ ਵਡਿਆਈ, ਦੁਸ਼ਟ ਨ ਰਣ ਤੇ ਜਰੀ ਨ ਜਾਈ। ਔਰ ਕੁਝ ਦੁਸ਼ਟ ਲੋਕ ਵੀ ਹੁੰਦੇ ਆ, ਜਿਨ੍ਹਾਂ ਨੂੰ ਕਿਸੇ ਦੀ ਚੜ੍ਹਦੀ ਕਲਾ ਜਿਹੜੀ ਹੈ ਝੱਲੀ ਨਹੀਂ ਜਾਂਦੀ। ਇਸ ਕਰਕੇ ਗੁਰੂ ਨਾਨਕ ਦੇ ਘਰ ਨਾਲ ਸ਼ੁਰੂ ਤੋਂ ਹੀ ਈਰਖਾ ਵੀ ਹੁੰਦੀ ਆਈ ਹੈ, ਈਰਖਾਲੂ ਵੀ ਬਰਾਬਰ ਪੈਦਾ ਹੋਏ। ਸੂਰਜ ਦਾ ਸਭ ਦਾ ਭਲਾ ਕਰਦਾ ਹੈ ਚਾਨਣ ਕਰਕੇ, ਪਰ ਉੱਲੂ ਦੀਆਂ ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ, ਤੇ ਉਹ ਕਹਿੰਦਾ ਸੂਰਜ ਚੰਗਾ ਨਹੀਂ। ਇਸੇ ਤਰ੍ਹਾਂ ਹੀ ਗੁਰੂ ਤਾਂ ਸਭ ਦਾ ਭਲਾ ਕਰਨ ਵਾਸਤੇ ਆਇਆ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਤੇ ਜੇ ਕੋਈ ਗੁਰੂ ਨਾਲ ਈਰਖਾ ਕਰਦਾ ਤੇ ਕਰੀ ਜਾਵੇ, ਸਤਿਗੁਰ ਤਾਂ ਭਲੇ ਦੇ ਮਾਰਗ ਤੇ ਚੱਲੇ ਹੋਏ ਆ। ਤਾਂ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ, ਦੁਸ਼ਟ ਲੋਕ ਜਿਹੜੇ ਹਨ ਈਰਖਾ ਵੀ ਕਰਦੇ ਆ, ਗੁਰੂ ਦੀ ਵਡਿਆਈ ਝੱਲੀ ਨਹੀਂ ਜਾਂਦੇ। ਇੱਕ ਸਰਹੰਦ ਕੋ ਸਿਆਦ ਬੀਜ, ਪਿਕ ਪ੍ਰਭ ਕੋ ਖੁਨ ਸਿਓ ਮਤ ਨੀਚ। ਇਹਨਾਂ ਦਿਨਾਂ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਕ ਸਰਹੰਦ ਦਾ ਰਹਿਣ ਵਾਲਾ ਸਾਜਦ ਬੈਠਾ ਹੈ, ਔਰ ਇਹ ਸਾਜਦ ਜਿਹੜਾ ਹੈ ਖੁਨਸਿਆ, ਭਾਵ ਈਰਖਾ ਕੀਤੀ ਮਨ ਵਿੱਚ ਇਸ ਨੇ। ਮਾੜੀ ਨੀਚ ਮਤ, ਛੋਟੀ ਮਤ ਵਾਲੇ ਨੇ। ਕਹਿਓ ਤਾਹੇ ਤੁਮ ਹਿੰਦਨ ਪੀਰ, ਸਭ ਮਾਨਤ ਹੈ ਜਾਨ ਗਹੀਰ। ਔਰ ਕਹਿਣ ਲੱਗਿਆ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਦੇ ਪੀਰ ਕਹਾਉਂਦੇ ਹੋ, ਸਾਰੀ ਦੁਨੀਆ ਤੁਹਾਨੂੰ ਮੰਨਦੀ ਹੈ। ਕਰਾਮਾਤ ਕਛ ਰਾਖਤ ਆਹੋ, ਕੀਤੂ ਨਹੀਂ ਬਲ ਸੋ ਬਿਦ ਕਹੋ। ਔਰ ਇਸ ਨੇ ਸ਼ੰਕਾ ਕਰਦਿਆਂ ਹੋਇਆਂ ਪਾਤਸ਼ਾਹ ਜੀ ਨੂੰ ਸਵਾਲ ਕਰਤਾ ਵੀ ਤੁਹਾਡੇ ਵਿੱਚ ਕੋਈ ਕਰਾਮਾਤੀ ਸ਼ਕਤੀ ਵੀ ਹੈ ਕਿ ਨਹੀਂ, ਕੇਵਲ ਸੰਸਰੀਕ ਬਲ ਕਰਕੇ ਹੀ ਚੱਲਦੇ ਹੋ, ਦੱਸਣਾ ਕਰੋ। ਜਿਤ ਚਾਹਤ ਹਮ ਨਿਰਣੇ ਕਰਿਓ, ਜੈ ਕੋ ਤੁਮਰੋ ਸੋ ਜਸ ਬਿਖਰਿਓ। ਔਰ ਅਸੀਂ ਚਾਹੁੰਦੇ ਹਾਂ, ਤਸੱਲੀ ਕਰਨਾ ਚਾਹੁੰਦੇ ਹਾਂ, ਨਿਰਣਾ ਕਰਨਾ ਚਾਹੁੰਦੇ ਹਾਂ ਵੀ ਜਿਵੇਂ ਤੁਹਾਡੀ ਸਿਫਤ ਹੋ ਰਹੀ ਹੈ ਕਿ ਇੰਨੀ ਸ਼ਕਤੀ ਵੀ ਹੈ ਤੁਹਾਡੇ ਕੋਲ ਕਿ ਨਹੀਂ। ਲਖੀ ਤਰਕ ਤੈ ਸਿਆਦ ਕੇਰੀ, ਫਰਮਾਇਓ ਸਿਰ ਮੁਖ ਤਿਸ ਤੇ ਬੇਰੀ। ਔਰ ਜਾਨੀ ਜਾਨ ਸਤਿਗੁਰ ਤਾਂ ਗੁਰੂ ਪਿਆਰੋ ਬਿਨਾਂ ਦੱਸਿਆ ਹੀ ਸਮਝ ਜਾਂਦੇ ਆ, ਤਾਂ ਫਿਰ ਵੀ ਬੋਲ ਪਿਆ। ਤੇ ਸਤਿਗੁਰਾਂ ਨੂੰ ਇਹਦੇ ਬਚਨਾਂ ਵਿੱਚ ਕੁਝ ਹੰਕਾਰ ਜਿਹਾ ਦਿਖਾਈ ਦਿੱਤਾ ਹੈ।
ਔਰ ਸਤਿਗੁਰੂ ਕਹਿੰਦੇ ਬਦਨ ਬਹਾਦਰ ਸ਼ਾਮ ਜਾਰੀ ਕਰਾਮਾਤ ਹੈ ਬਿਦਤ ਉਦਾਰੀ। ਜਦ ਸਤਿਗੁਰੂ ਜੀ ਨੇ ਉਸ ਸਾਜੇ ਦੇ ਤਰਕ ਨੂੰ ਜਾਣਿਆ ਤੇ ਗੁਰੂ ਜੀ ਉਸ ਸਮੇਂ ਫਰਮਾਇਆ ਕਿ ਬਹਾਦਰ ਸ਼ਾਹ ਬਾਦਸ਼ਾਹ ਦੇ ਮੁਖ ਤੋਂ ਕਰਾਮਾਤ ਪ੍ਰਗਟ ਹੈ। ਭਾਵ ਬਹਾਦਰ ਸ਼ਾਹ ਨੂੰ ਜਿਹੜਾ ਰਾਜ ਮਿਲਿਆ ਹੈ ਇਹ ਕਿਸੇ ਕਰਾਮਾਤ ਤੋਂ ਘੱਟ ਥੋੜਾ ਹੀ ਆ। ਕਰੇ ਰੰਗ ਤੇ 5000 ਨਰਗਨ ਅਪਰ ਬਣੇ ਅਨਸਾਰੀ। ਔਰ ਜੇ ਪਰਮੇਸ਼ਰ ਚਾਹੇ ਤਾਂ ਕੰਗਾਲ ਨੂੰ 5000 ਭਾਵ ਜਰਨੈਲ ਬਣਾ ਸਕਦੇ ਆ। ਨਰਗਨ ਅਪਰ ਬਣੇ ਅਨਸਾਰੀ ਐਸੀ ਪਾਵਰ ਦੇ ਸਕਦੇ ਆ ਇੱਕ ਆਮ ਨੀਚ ਮਨੁੱਖ ਨੂੰ ਕਿ ਸਾਰੀ ਦੁਨੀਆ ਪੈਰੀ ਪਵੇ। ਜਿਸ ਤਰ੍ਹਾਂ ਗੁਰੂ ਪਿਆਰੋ ਨਵੀਂ ਸਰਕਾਰ ਬਦਲੀ ਆ, ਕਿਸੇ ਨੇ ਸੋਚਿਆ ਨਹੀਂ ਸੀ ਵੀ ਐਸਾ ਹੋ ਸਕਦਾ, ਪਰ ਹੋਇਆ ਸਾਡੇ ਸਾਹਮਣੇ ਆ ਗੁਰੂ ਪਿਆਰਿਓ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਵਚਨ ਗੁਰਬਾਣੀ 'ਚ ਵੀ ਹੈ, ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਆ ਸ਼ਕਤੀ ਬਾਰੇ ਪੁੱਛਦਾ ਹੈ। ਕਿਸੇ ਕੰਗਾਲ ਨੂੰ ਤਾਕਤ ਦੇ ਕੇ 5000 ਜਰਨੈਲ ਬਣਾ ਦਈਏ ਤੇ ਹੋਰ ਲੋਕ ਉਹਦੇ ਅਨੁਸਾਰ ਚੱਲ ਰਹੀਏ। 5000 ਕੋ ਜੇ ਚਾਹੈ ਕੋਪੇ ਰੰਗ ਕਰੇ ਛਿਨ ਮਾਹੈ। ਤੇ ਜੇ ਅਸੀਂ ਚਾਹੀਏ ਤੇ 5000 ਭਾਵ ਜਰਨੈਲਾਂ ਨੂੰ ਅਸੀਂ ਥੱਲੇ ਲਾ ਦਈਏ। ਨਦਰ ਉਪੱਠੀ ਜੇ ਕਰੈ ਸੁਲਤਾਨਾ ਘਾਹੋ ਕਰਾਇਂਦਾ, ਦਰ ਮੰਗਣ ਭਿੱਖ ਨ ਪਾਇਂਦਾ, ਦਰ ਮੰਗਣ ਭਿੱਖ ਨ ਪਾਇਂਦਾ। ਪਾਤਸ਼ਾਹ ਜੀ ਕਹਿੰਦੇ ਚਾਹੀਏ ਤਾਂ ਨੀਚ ਨੂੰ ਰਾਜਾ ਬਣਾ ਦਈਏ ਤੇ ਰਾਜਿਆਂ ਨੂੰ ਥੱਲੇ ਲਾ ਦਈਏ। ਇੰਨੀ ਕੁ ਪਾਵਰ ਰੱਖਦੇ ਆ। ਮਾਰੇ ਬਖਸ਼ੇ ਦੇਰ ਬਹੀਨਾ ਤਿਸ ਮੁਖ ਮੇ ਲਖ ਅਜਮਤ ਬੀਨਾ। ਬਿਨਾਂ ਦੇਰ ਲਾਇਆ ਉਹ ਪਰਮੇਸ਼ਰ ਜੇ ਕਿਰਪਾ ਕਰੇ ਤਾਂ ਐਸਾ ਕੰਮ ਹੋ ਸਕਦਾ ਹੈ। ਤਿਸ ਮੁਖ ਲਖ ਅਜਮਤ ਪੀਨਾ। ਕਹਿਣ ਲੱਗੇ ਜਦੋਂ ਸਤਿਗੁਰਾਂ ਨੇ ਇੰਨੀ ਗੱਲ ਕਰੀ ਤੇ ਸਾਜਦ ਨੇ ਨਸਿਅਤ ਤਰਕਤ ਸਭ ਮਾਹੀ ਤੁਮ ਪੀ ਰਾਕਤ ਹੋ ਕਹਿ ਨਾਹੀ। ਸਤਿਗੁਰੂ ਪਾਤਸ਼ਾਹ ਨੂੰ ਉਲਟਾ ਕਹਿਣਾ ਮੈਂ ਤੁਹਾਡੀ ਗੱਲ ਕਰਦਾ ਵੀ ਤੁਹਾਡੇ ਵਿੱਚ ਕੋਈ ਕਰਾਮਾਤੀ ਸ਼ਕਤੀ ਹੈ ਕਿ ਨਹੀਂ ਹੈ। ਪਾਤਸ਼ਾਹ ਕਹਿ ਰਹੇ ਹੈ ਨਾ ਜੇ ਪਰਮੇਸ਼ਰ ਚਾਹੇ। ਹੁਣ ਸਿੱਧਾ ਥੋੜ੍ਹੇ ਕਹਿਣਾ ਕਿ ਮੈਂ ਇੱਦਾਂ ਕਰ ਦੂੰਗਾ, ਇਹ ਤਾਂ ਆਪਾਂ ਨੂੰ ਵੀ ਨਹੀਂ ਸਿਖਾਇਆ। ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਪਰ ਗੱਲ ਕਰਦੇ ਸਤਿਗੁਰੂ ਜੇ ਪਰਮੇਸ਼ਰ ਚਾਹੇ ਤਾਂ ਰੰਕ ਨੂੰ ਅਸੀਂ ਰਾਜਾ ਤੇ ਰਾਜੇ ਨੂੰ ਰੰਕ ਬਣਾ ਸਕਦੇ ਹਾਂ। ਕਹਿੰਦਾ ਨਹੀਂ ਜੀ ਤੁਹਾਡੇ ਵਿੱਚ ਕੀ ਤਾਕਤ ਹੈ ਉਹ ਦੱਸੋ। ਸੋ ਤੋ ਬਾਦਸ਼ਾਹ ਬਨ ਰਹਿਓ ਵਰਤੇ ਹੁਕਮ ਤਿਸੀ ਕੋ ਕਹਿਓ। ਉਹ ਤਾਂ ਹੁਣ ਬਾਦਸ਼ਾਹ ਬਣ ਗਿਆ ਤੇ ਬਾਦਸ਼ਾਹ ਦਾ ਹੁਕਮ ਚੱਲਦਾ ਤੇ ਉਹਨੂੰ ਬਾਦਸ਼ਾਹ ਬਣਾਉਣ ਵਾਲਾ ਕੌਣ ਹੈ ਇਸ ਮੂਰਖ ਨੂੰ ਇਹ ਹਜੇ ਪਤਾ ਨਹੀਂ ਹੈਗਾ। ਹੁਕਮ ਬੁਝਤ ਹੈ ਰਾਵਰ ਪਾਸ ਜੇ ਰਾਕਤ ਕਛ ਕਰੋ ਪ੍ਰਕਾਸ਼। ਕਹਿਣ ਲੱਗਿਆ ਜੀ ਮੈਂ ਤਾਂ ਤੁਹਾਨੂੰ ਪੁੱਛਦਾ ਹਾਂ ਤੁਹਾਡੇ ਵਿੱਚ ਕੋਈ ਤਾਕਤ ਹੈ ਤਾਂ ਦਿਖਾਉਣੀ ਕਰੋ। ਸਾਮੇ ਤਰਕ ਸੁਨੀ ਜਬਨਾਥ ਜੀਬ ਮਜਾਰ ਡਾਰ ਕਰ ਹਾਥ। ਹੁਣ ਪਾਤਸ਼ਾਹ ਜੀ ਕਦੇ ਵੀ ਕਰਾਮਾਤ ਨੂੰ ਪ੍ਰਗਟ ਨਹੀਂ ਕਰਦੇ, ਜ਼ਾਹਰ ਨਹੀਂ ਕਰਦੇ। ਕਰਾਮਾਤ ਵਰਤ ਰਹੀ ਹੈ ਗੁਰੂ ਨਾਨਕ ਦੇ ਘਰ ਵਿੱਚ, ਇੱਥੇ ਵੀ ਵਰਤ ਰਹੀ ਆ, ਹਰ ਥਾਂ ਤੇ ਵਰਤ ਰਹੀ ਹੈ ਜਿੱਥੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੈ। ਪਰ ਇਹ ਸਮਝਣਾ ਪੈਂਦਾ ਵੀ ਹਾਂ ਇਹ ਕਰਾਮਾਤ ਹੋਈ ਆ। ਕਹੋ ਸਤਨਾਮ ਸਿੰਘ। ਧੰਨ ਗੁਰੂ ਰਾਮਦਾਸ ਮਹਾਰਾਜ ਖੁਦ ਗੁਰੂ ਪਿਆਰਿਓ ਘੁੰਗਣੀਆਂ ਵੇਚਿਆ ਕਰਦੇ ਸੀ ਤੇ ਜਦੋਂ ਤੀਜੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਤਾਂ ਤੀਜੇ ਪਾਤਸ਼ਾਹ ਨੇ ਉਹਨਾਂ ਦੀ ਸੇਵਾ ਤੇ ਖੁਸ਼ ਹੋ ਕੇ ਉਹਨਾਂ ਨੂੰ ਤਖਤ ਤੇ ਬਿਠਾ ਦਿੱਤਾ। ਤੇ ਜਿਸ ਦਿਨ ਗੁਰਤਾ ਗੱਦੀ ਤੇ ਬਿਠਾਇਆ ਤੇ ਪਹਿਲਾ ਸ਼ਬਦ ਉਚਾਰਿਆ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਮੈਨੂੰ ਕੀੜੇ ਨੂੰ ਥਾਪਣਾ ਦੇ ਕੇ ਰਾਜਾ ਬਣਾ ਦਿੱਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤਾਂ ਉਸ ਤੋਂ ਬਾਅਦ ਉਹਨਾਂ ਦੇ ਦਰ 'ਤੇ ਵੀ ਅੰਮ੍ਰਿਤਸਰ ਵਿਖੇ ਡਿਉੜੀ ਤੋਂ ਬਾਹਰ ਇੱਕ ਬੱਚਾ ਘੁੰਗਣੀਆਂ ਵੇਚਦਾ। ਉਸੇ ਤਰ੍ਹਾਂ ਪਾਤਸ਼ਾਹ ਨੂੰ ਆਪਣਾ ਬਚਪਨ ਯਾਦ ਆ ਗਿਆ। ਘੁੰਗਣੇ ਵਾਲੇ ਕੋਲੇ ਜਾਂਦੇ ਆ, ਹਾਂ ਬਈ ਕਿੰਨੇ ਕੁ ਪੈਸੇ ਵੱਟੇ ਆ? ਬੋਰੀ ਚੱਕ ਕੇ ਥੱਲਿਓ ਜੀ ਆ 15-20 ਕੁ ਪੈਸੇ ਵੱਟੇ ਆ। ਉਦੋਂ ਪੈਸਿਆਂ ਦੇ ਹਿਸਾਬ ਨਾਲ ਕੰਮ ਚੱਲਦਾ ਸੀ। ਕਹਿੰਦੇ ਲਿਆ ਫੜਾ। ਫਿਰ ਉਹਨੇ ਚੁੱਪ ਕਰਕੇ ਉਹ ਪੈਸੇ ਚੱਕੇ ਜੋ 5-10 ਥੱਲੇ ਪਈਆਂ ਸੀ ਪਾਤਸ਼ਾਹ ਦੇ ਹੱਥ 'ਤੇ ਰੱਖਦੀਆਂ। ਪਾਤਸ਼ਾਹ ਨੇ ਖੀਸੇ 'ਚ ਪਾਈਆਂ ਤੇ ਚਲੇ ਗਏ। ਇਹ ਬੱਚਾ ਘਰੇ ਗਿਆ। ਮਾਂ ਕਹਿੰਦੀ ਪੁੱਤ ਕੀ ਵੱਟ ਕੇ ਲਿਆਇਆ? ਕਹਿੰਦਾ ਜਿਹੜੇ ਵੱਟੇ ਸੀ ਉਹ ਤਾਂ ਰਾਮਦਾਸ ਗੁਰੂ ਲੈ ਗਏ। ਅੱਛਾ
ਜਵਾਬ ਤਾਂ ਨਹੀਂ ਦਿੱਤਾ ਤੂੰ? ਕਹਿੰਦੇ ਨਹੀਂ। ਪੁੱਤ ਜਵਾਬ ਨਾ ਦੇ ਰਾਮਦਾਸ ਪਾਤਸ਼ਾਹ ਨੂੰ, ਪਤਾ ਨਹੀਂ ਕੀ ਕਰਨ ਉਹ। ਦੂਜੇ ਦਿਨ ਪਾਤਸ਼ਾਹ ਨੇ ਹੱਥ ਨੇ ਜੇ ਫਿਰ ਗੇੜਾ ਮਾਰਿਆ, ਜਿੰਨੇ ਵੱਟੇ ਸੀ ਫਿਰ ਫੜ ਕੇ ਲੈ ਗਏ। 2-3-4 ਦਿਨ ਇੱਦਾਂ ਕੰਮ ਚੱਲਿਆ। ਹੁਣ ਦੁਬਾਰੇ ਛੋਲੇ ਲਿਆਉਣ ਨੂੰ ਪੈਸੇ ਨਾ ਬਣੇ, ਤੇ 5ਵੇਂ-6ਵੇਂ ਦਿਨ ਬੱਚਾ ਉੱਥੇ ਬੋਰੀ ਵਿਛਾ ਕੇ ਫੇਰ ਬੈਠਾ। ਤੇ ਪਾਤਸ਼ਾਹ ਕਹਿੰਦੇ ਵੀ ਅੱਜ ਕੀ ਵੱਟਿਆ? ਕਹਿੰਦਾ ਜੀ ਅੱਜ ਕੀ ਵੱਟਣਾ, ਛੋਲੇ ਤਾਂ ਹੈ ਨਹੀਂ ਸੀ ਘਰੇ, ਘੁੰਗਣੀਆਂ ਬਣੀਆਂ ਨਹੀਂ, ਵੱਟਣਾ ਕੀ ਸੀ? ਤੇ ਪਾਤਸ਼ਾਹ ਜੀ ਉੱਥੋਂ ਹੀ ਉੱਚੀ ਉੱਚੀ ਗਾਉਣ ਲੱਗੇ, ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ, ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ। ਉਹ ਬੱਚੇ ਦਾ ਨਾਮ ਸੋਮਾ ਸੀਗਾ, ਤੇ ਉਹਨੂੰ ਸੋਮਾ ਸ਼ਾਹ ਕਹਿ ਕੇ ਤੇ ਸ਼ਾਹ ਹੀ ਬਣਾ ਦਿੱਤਾ। ਫਿਰ ਕਈ ਸ਼ਹਿਰਾਂ ਦੇ ਵਿੱਚ ਉਹਦੀਆਂ ਗੁਰੂ ਪਿਆਰਿਓ ਅਨੇਕਾਂ ਤਰ੍ਹਾਂ ਦੀਆਂ ਉਸ ਦੀਆਂ ਸ਼ਾਖਾਂ ਖੁੱਲ੍ਹ ਗਈਆਂ ਸੋਮੇ ਸ਼ਾਹ ਦੀਆਂ। ਗੁਰੂ ਚਾਹੇ ਤਾਂ ਕੁਛ ਵੀ ਕਰ ਸਕਦਾ, ਪਰ ਤਜਰਬਾ ਕਰਾਉਂਦਾ ਹੈ, ਵਿਖਾਉਂਦਾ ਨਹੀਂ, ਕਰਾਮਾਤ ਜ਼ਾਹਰ ਨਹੀਂ ਕਰਦਾ। ਇਹਨੇ ਤੀਜੀ ਵਾਰ ਫਿਰ ਕਿਹਾ, ਮਹਾਰਾਜ ਤੁਹਾਡੇ ਵਿੱਚ ਕੋਈ ਕਰਾਮਾਤ ਹੈ ਤਾਂ ਵਿਖਾਓ। ਪਾਤਸ਼ਾਹ ਨੇ ਖੀਸੇ 'ਚ ਹੱਥ ਮਾਰਿਆ, ਮੋਹਰ ਨਿਕਾਸੇ ਕੀਤਕ ਤਬੈ, ਬੋਲੇ ਸ਼੍ਰੀ ਪ੍ਰਭ ਸੁਣਤਿਓ ਸਬੈ। ਔਰ ਖੀਸੇ ਵਿੱਚੋਂ ਮੋਹਰਾਂ ਕੱਢੀਆਂ ਸੋਨੇ ਦੀਆਂ, ਔਰ ਉਹ ਮੋਹਰਾਂ ਕੱਢ ਕੇ ਪਾਤਸ਼ਾਹ ਜੀ ਕਹਿਣ ਲੱਗੇ, ਮੋਹਰ ਕੱਢੀ ਹੈ ਔਰ ਵਿਖਾ ਕੇ ਕਹਿੰਦੇ, ਦਿਨਾਰ ਜੋ ਹੱਥ ਹਮਾਰੇ, ਅਜਮਤ ਲਿਓ ਦੁਤੀ ਵਿਚਾਰੇ। ਕਹਿੰਦੇ ਦੂਜੀ ਆਹ ਵੀ ਕਰਾਮਾਤ ਹੈ, ਜਿਹਦੇ ਕੋਲੇ ਪੈਸਾ, ਜਿਹਦੇ ਘਰੇ ਦਾਣੇ, ਉਹਦੇ ਕਮਲੇ ਵੀ ਸਿਆਣੇ। ਇਹ ਵੀ ਤਾਂ ਕਰਾਮਾਤ ਹੀ ਹੋਈ ਨਾ, ਆ ਵੀ ਤਾਂ ਕਰਾਮਾਤ ਹੈ। ਸਾਡੇ ਕੋਲੇ ਮੋਹਰਾਂ ਹਨ, ਸਾਡੇ ਕੋਲੇ ਪੈਸੇ ਹਨ, ਇਹ ਪੈਸਾ ਖਰਚ ਕੇ ਜੋ ਮਰਜ਼ੀ ਲੈ ਲਈਏ। ਜਿਸ ਡਿਗ ਹੋਏ ਚਾਹੇ ਸੋ ਕਰੇ, ਨਰਤ ਹਜ਼ਾਰੋ ਜਿਸ ਹਿਤ ਮਰੇ। ਔਰ ਜਿਹਦੇ ਕੋਲੇ ਦਿਨਾਰ ਮੋਹਰਾਂ ਭਾਵ ਮਾਇਆ ਹੁੰਦੀ ਹੈ, ਉਹ ਜੋ ਚਾਹੇ ਸੋ ਕਰੇ। ਔਰ ਲਰਤ ਹਜ਼ਾਰੋਂ ਜਿਸ ਹਿਤ ਮਰੇ, ਜਿਸ ਇਹ ਦਿਨਾਰਾਂ ਦੇ ਪਿੱਛੇ, ਮਾਇਆ ਦੇ ਪਿੱਛੇ ਹਜ਼ਾਰਾਂ ਲੋਕ ਲੜ ਲੜ ਕੇ ਮਰ ਜਾਂਦੇ ਆ। ਆਹ ਵੇਖ ਮੇਰੇ ਕੋਲ ਆਹ ਕਰਾਮਾਤ ਹੈਗੀ ਹੈ। ਪਾਤਸ਼ਾਹ ਚਾਹੁੰਦੇ ਸੀ ਇਹ ਚੁੱਪ ਕਰ ਜੇ, ਮੇਰਾ ਅੰਤ ਨਾ ਪਾਵੇ, ਪਰ ਇਹ ਤਾਂ ਅੰਤ ਪਾਉਣ 'ਤੇ ਉਤਰਿਆ ਆ। ਪਾਤਸ਼ਾਹ ਜੀ ਨੇ ਟਾਲ ਮਟੋਲ ਕੀਤੀ, ਕਹਿੰਦੇ ਇਹ ਵੀ ਤਾਂ ਕਹਿੰਦੇ ਇੱਕ ਕਰਾਮਾਤ ਹੀ ਆ। ਕਹਿਣ ਲੱਗਿਆ ਜੀ ਨਹੀਂ। ਸੁਨ ਸਿਆਦ ਬੋਲੀ ਤਜ ਮੌਨ, ਤੁਮੇ ਕਰਾਮਾਤ ਹੈ ਕੌਣ। ਕਹਿੰਦਾ ਜੀ ਇਹ ਤਾਂ ਪੈਸੇ ਆ, ਮੈਂ ਤੁਹਾਡੇ ਵਿੱਚ ਪੁੱਛਦਾ ਕੀ ਕਰਾਮਾਤ ਹੈ ਉਹ ਦੱਸੋ। ਦੌਲਤ ਆਦ ਅਨੇਕ ਪ੍ਰਕਾਰੇ, ਜਿਸ ਤੇ ਮਾਨੇ ਲੋਕ ਹਜ਼ਾਰੇ। ਇਹ ਠੀਕ ਹੈ, ਮਾਇਆ ਤਾਂ ਅਨੇਕਾਂ ਤਰ੍ਹਾਂ ਦੀ ਹੈ, ਲੋਕਾਂ ਦੇ ਕੋਲ ਹੈਗੀ ਆ, ਜਿਨ੍ਹਾਂ ਕੋਲੇ ਹੈਗੀ ਕਰਾਮਾਤ ਹੈਗੀ ਆ। ਤੁਹਾਡੇ ਕੋਲੇ ਕੀ ਆ ਮੈਂ ਤੁਹਾਨੂੰ ਪੁੱਛਦਾ। ਸੁਨ ਸਤਿਗੁਰ ਸ਼ਮਸ਼ੀਰ ਨਿਕਾਸੇ, ਸਾਮੇ ਛਟਾ ਸਮਾਨ ਪ੍ਰਕਾਸ਼ੇ। ਪ੍ਰੀਤਮ ਤੋਂ ਰਿਹਾ ਨਹੀਂ ਗਿਆ, ਫਿਰ ਆਪਣੇ ਕੋਲ ਪਈ ਸ੍ਰੀ ਸਾਹਿਬ ਚੱਕੀ, ਮਿਆਨ ਦੇ ਵਿੱਚੋਂ ਤਲਵਾਰ ਕੱਢੀ, ਬਿਜਲੀ ਦੀ ਨਿਆਈ ਚਮਕਦੀ ਐਦਾਂ ਧਰ ਆਪਣੇ ਆਕਾਸ਼ ਵਿੱਚ ਐਦਾਂ ਲਹਿਰਾਈ, ਤੇ ਕਹਿੰਦੇ ਛਿਨ ਬਦਨ ਪੀਤ ਹੋਏ ਗਏ, ਲੋਚਨ ਸਮੁਖ ਨਾ ਕਰਤੇ ਪਏ। ਬਸ ਤਲਵਾਰ ਵੇਖਦਿਆਂ ਮੂੰਹ ਪੀਲਾ ਪੈ ਗਿਆ, ਉਹ ਸੱਜੇ ਦਾ ਵੀ ਤੇ ਹੋਰਨਾਂ ਦਾ ਵੀ। ਆਹ ਕੀ ਇਸ ਨੇ? ਸਤਿਗੁਰਾਂ ਨੂੰ ਪੁੱਛ ਲਿਆ ਕਿ ਸਤਿਗੁਰ ਨੇ ਤਲਵਾਰ ਕੱਢ ਲਈ ਆ, ਔਰ ਸਾਜੇ ਦਾ ਮੂੰਹ ਤਾਂ ਪੀਲਾ ਪੈਣਾ ਸੀ। ਪਤਾ ਨਹੀਂ ਹੁਣ ਕਿਹੜੀ ਕਰਾਮਾਤ ਵਿਖਾਉਣਗੇ। ਤੇਜ ਦੇ ਪਤ ਸ਼੍ਰੀ ਮੁਖ ਤੇ ਕਹੈ, ਇਹ ਵੀ ਕਰਾਮਾਤ ਇਕ ਹੈ। ਔਰ ਹਵਾ ਦੇ ਵਿੱਚ ਖੜੀ ਕਰਕੇ ਤਲਵਾਰ ਕਹਿੰਦੇ, ਸਜਦਾ ਆ ਵੀ ਕਰਾਮਾਤ ਹੈ। ਆਵਹਿ ਸਿਰ ਉਤਾਰ ਕਰ ਤੇਰਾ, ਫਲ ਸ਼ਾਕਾ ਸਮ ਦੇ ਤਰ ਗੇਰਾ। ਕਹੇ ਤਾਂ ਵਿਖਾਵਾਂ, ਇਹ ਮੈਂ ਚਲਾਉਂਗਾ, ਤੇਰੀ ਧੌਣ ਧੜ ਤੋਂ ਹੋਥੇ ਪਈ ਹੋਊਗੀ, ਜਿਵੇਂ ਦਰਖਤ ਦਾ ਫਲ ਡਿੱਗ ਪੈਂਦਾ। ਜਵਾਬ ਕਿਛ ਸਵਾਲ ਨਾ ਹੋਵੇ, ਜੀਵਨ ਬਾਦ ਬਾਦ ਕਰ ਖੋਵੇ। ਫੇਰ ਤੂੰ ਕੋਈ ਸਵਾਲ ਜਵਾਬ ਨਹੀਂ ਕਰੇਗਾ ਕਿਸੇ ਨਾਲ। ਸਤਿਗੁਰ ਕੋ ਤੇਜ ਬਲੰਦਾ, ਹੋਤ ਪਿਓ ਸਿਆਦ ਸ਼ਰਮਿੰਦਾ। ਨੀਵੀਂ ਪਾ ਕੇ ਬਹਿ ਗਿਆ। ਹੁਣ ਕਹੇ ਵਿਖਾਓ ਜੀ ਕਰਾਮਾਤ। ਜੇ ਵਿਖਾਉਣ ਨੂੰ ਕਹਿੰਦਾ ਤੇ ਫਿਰ ਧੌਣ ਜਾਂਦੀ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਚੁੱਪ ਕਰ ਗਿਆ, ਹੱਥ ਬੰਨ ਕੇ ਨੀਵੀਂ ਪਾ ਕੇ ਸ਼ਰਮਿੰਦਾ ਜਾ ਹੋ ਗਿਆ। ਕਹੋਗੇ ਓਪਨ ਬਾਕ ਨਾ ਕੋਈ, ਨੀਚ ਗਰੀਬ ਅਬਣੀ ਅਵਲੋਏ। ਔਰ ਹੁਣ ਬੋਲਿਆ ਨਹੀਂ ਗਿਆ, ਧੌਣ ਨੀਵੀਂ ਕਰਕੇ ਬਹਿ ਗਿਆ। ਕਿਤਕ ਸਮੇਂ ਤੱਕ ਥਿਰ ਗੁਰ ਰਹੈ, ਪੁਨ ਡੇਰੇ ਕੋ ਆਵਨ ਚਾਹੇ। ਮੈਂ ਫੇਰ ਤਾਂ ਬੋਲਿਆ ਨਹੀਂ, ਚੁੱਪ ਕਰ ਗਿਆ ਵੀ ਇਦੂਗਾ ਤਾਂ ਕਰਾਮਾਤ ਹੈ ਹੀ ਨਹੀਂ, ਕੋਈ ਮੌਤ ਹੀ ਆ। ਇਸੇ ਕਰਕੇ ਸਤਿਗੁਰਾਂ ਨੇ ਕਰਾਮਾਤ ਜ਼ਾਹਰ ਨਹੀਂ ਕੀਤੀ। ਔਰੰਗਜ਼ੇਬ ਨੇ ਬੜੀ ਕੋਸ਼ਿਸ਼ ਕੀਤੀ ਬਈ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿ ਦੇਣ ਕਿ ਆ ਮੇਰੇ 'ਚ ਕਰਾਮਾਤ ਹੈ, ਤੇ ਜੇ ਕੋਈ ਬ੍ਰਹਮ ਗਿਆਨੀ ਜਾਂ ਇਹ ਕਰਾਮਾਤਾਂ ਰੱਖਣ ਵਾਲਾ ਕਹਿੰਦਾ ਕਿ ਹਾਂ ਮੇਰੇ 'ਚ ਹੈਗੀ ਹੈ, ਤਾਂ ਉਹਦੀ ਅਧਿਆਤਮਕ ਸ਼ਕਤੀ ਖਤਮ ਹੁੰਦੀ ਆ। ਕਹੋ ਸਤਨਾਮ।
ਇਸ ਕਰਕੇ ਵਰਤਦੀ ਰਹਿੰਦੀ ਹੈ, ਪਰ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾਗਾ। ਤਾਂ ਕੁਝ ਸਮਾਂ ਸਤਿਗੁਰੂ ਹੋਰ ਉੱਥੇ ਬੈਠੇ ਤੇ ਫਿਰ ਉਸ ਦੇ ਡੇਰੇ 'ਚੋਂ ਆ ਗਏ ਜੀ। ਅਰੂੜ ਗਤ ਮੰਦੇ ਮੰਦ ਆਨ ਪਹੁੰਚੇ ਸ੍ਰੀ ਜਗਬੰਦ। ਔਰ ਸਤਿਗੁਰੂ ਆਪਣੇ ਪੜਾਅ ਤੇ ਆ ਗਏ ਜਿੱਥੇ ਡੇਰਾ ਕੀਤਾ ਹੋਇਆ ਬਾਗ ਦੇ ਵਿੱਚ। ਉਤਰ ਤਰੰਗਮ ਤੇ ਪ੍ਰਭ ਥਿਰੇ ਰੁਚਰ ਪ੍ਰਿਯੰਕ ਪਾੜ ਬੋ ਕਰੇ। ਔਰ ਬਾਗ ਦੇ ਵਿੱਚ ਆ ਕਰਕੇ ਘੋੜੇ ਤੋਂ ਉਤਰੇ ਤੇ ਆਪਣੇ ਪਲੰਘੇ ਉੱਪਰ ਬਿਰਾਜ ਗਏ ਜੀ। ਇੱਕ ਦਿਨ ਸਤਿਗੁਰ ਸਹਿਜ ਸੁਪਾਏ ਬੈਠੇ ਉਤੇ ਬੀਚ ਸਮੁਦਾਏ। ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਜ ਸੁਭਾਅ ਆਪਣੇ ਪਲੰਘੇ ਉੱਪਰ ਬਿਰਾਜੇ ਹਨ। ਪ੍ਰਥਮ ਪਠਾਨਣ ਕੋ ਤਨ ਕੀਤਾ ਦੀਨੋ ਹੁਤੋ ਸੋੜ ਕੁਲ ਕੀਤਾ। ਤਾਂ ਪਹਿਲਾਂ ਪਠਾਣਾ ਨੂੰ ਕੁਝ ਧਨ ਸੋਢੀ ਕੁਲ ਦੇ ਸ਼੍ਰੋਮਣੀ ਨੇ ਦੇਣਾ ਸੀ। ਕਾਜੀ ਪੇ ਫਿਰਿਆਦ ਹਿਤ ਗਏ ਗੁਰ ਜਬਰੀ ਕੋ ਭਾਖਤ ਪਏ। ਉਹ ਪਠਾਨ ਕਾਜੀ ਦੇ ਕੋਲ ਚਲੇ ਗਏ, ਕਹਿਣ ਲੱਗੇ ਗੁਰੂ ਜੀ ਜ਼ਬਰਦਸਤੀ ਕਰਦੇ ਹਨ, ਉਹਨਾਂ ਨੇ ਸਾਡਾ ਪੈਸਾ ਨੱਪ ਲਿਆ, ਸਾਡਾ ਪੈਸਾ ਉਹਨਾਂ ਵੱਲ ਨਿਕਲਦਾ ਹੈ ਤੇ ਉਹ ਦਿੰਦੇ ਨਹੀਂ। ਏਤਕ ਦਰਬ ਹਮਾਰੋ ਹੈ ਕੌਣ ਦੋਸ਼ ਤੇ ਸੋ ਨ ਲਹੈ। ਸਾਡੀ ਕੀ ਗਲਤੀ ਹੈ, ਇੰਨਾ ਪੈਸਾ ਅਸੀਂ ਗੁਰੂ ਘਰ ਤੋਂ ਲੈਣਾ ਹੈ ਤੇ ਸਾਨੂੰ ਦਿੰਦੇ ਨਹੀਂ। ਤਬ ਕਾਜੀ ਲਿਖ ਦੀਨ ਇਲਾਮ ਲੈ ਕਰ ਆਏ ਖਾਨ ਤਮਾਮ। ਤਾਂ ਕਾਜੀ ਨੇ ਉਹਨਾਂ ਨੂੰ ਚਿੱਠੀ ਲਿਖ ਦਿੱਤੀ ਹੈ, ਪਰਵਾਨਾ ਲਿਖ ਦਿੱਤਾ ਹੈ। ਉਹ ਪਰਵਾਨਾ ਲੈ ਕੇ ਉਹ ਖਾਨ ਪਠਾਨ ਜਿਹੜੇ ਹਨ ਆਏ ਹਨ ਗੁਰੂ ਕੋਲ। ਜਬੇ ਬਲੋਕਿਓ ਸ੍ਰੀ ਗੁਰਖਾਨੀ ਵਿੱਚ ਸਭਾ ਕੇ ਕੀਨ ਬਖਾਨੀ। ਤੇ ਕਾਜੀ ਦੀ ਲਿਖੀ ਉਹ ਚਿੱਠੀ ਲੈ ਕੇ ਜਦ ਸਤਿਗੁਰਾਂ ਦੇ ਕੋਲ ਆਏ ਤੇ ਸਤਿਗੁਰਾਂ ਨੇ ਉਹ ਚਿੱਠੀ ਪੜ੍ਹੀ ਤੇ ਕੀ ਕਹਿੰਦੇ, ਸੁਨੋ ਪਠਾਨੋ ਅਬ ਤੁਮ ਜਾਏ ਕਾਜੀ ਕੋ ਦੀਜੇ ਸਮਝਾਏ। ਬਾਦਸ਼ਾਹ ਕਹਿੰਦੇ ਕਾਜੀ ਆਪਣੇ ਪਠਾਨੋ ਐ ਕਰੋ, ਤੁਸੀਂ ਜਾ ਕੇ ਕਾਜੀ ਨੂੰ ਜਾ ਕੇ ਕਹਿ ਦਿਓ ਲਸ਼ਕਰ ਮੇ ਮੱਖੀਆ ਬਹੁ ਤੇਰੀ ਖਾਨਾ ਮਕਰੂ ਕਰੇ ਕਨੇਰੀ। ਲਸ਼ਕਰ ਦੇ ਵਿੱਚ ਮੱਖੀਆਂ ਬਹੁਤ ਹਨ ਜਿਹੜੀਆਂ ਖਾਣੇ ਨੂੰ ਖਰਾਬ ਕਰਦੀਆਂ। ਇਹ ਕੋਈ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਇੱਕ ਤਰ੍ਹਾਂ ਦਾ ਗੁੱਝਾ ਭੇਤ ਕੋਈ ਦਿੱਤਾ ਹੈ, ਗੁੱਝੀ ਗੱਲ ਕਹੀ ਹੈ ਜਿਹੜੀ ਨੂੰ ਸ਼ਾਇਦ ਕਾਜੀ ਸਮਝ ਸਕਦਾ ਹੈ। ਤੇ ਪਾਤਸ਼ਾਹ ਕਹਿੰਦੇ ਕਾਜੀ ਨੂੰ ਕਹਿ ਦਿਓ ਜਾ ਕੇ ਕਿ ਲਸ਼ਕਰ ਵਿੱਚ ਮੱਖੀਆਂ ਬਹੁਤ ਆ ਗਈਆਂ ਜਿਹੜੀਆਂ ਖਾਣੇ ਨੂੰ ਖਰਾਬ ਕਰਦੀਆਂ। ਤਿੰਨ ਪਰ ਪ੍ਰਥਮ ਪਰਵਾਨਾ ਪਠਾਵੋ ਨੈ ਖਾਨੇ ਪਰ ਥਿਰੋ ਹਟਾਵੋ। ਤੋ ਐਂ ਕਰ ਪਹਿਲਾਂ ਇਹਨਾਂ ਮੱਖੀਆਂ ਦੇ ਉੱਤੇ ਆਪਣਾ ਕਾਨੂੰਨ ਚਲਾ। ਭਾਵ ਕੁਦਰਤ ਤੇ ਤੇਰਾ ਕੋਈ ਕਾਨੂੰਨ ਨਹੀਂ ਚੱਲ ਸਕਦਾ, ਕਹਿਣ ਤੋਂ ਭਾਵ ਹੈ ਤੂੰ ਇਹਨਾਂ ਮੱਖੀਆਂ ਨੂੰ ਹੁਕਮ ਦੇ, ਪਹਿਲਾਂ ਸਾਨੂੰ ਹੁਕਮ ਦੇ ਕੇ ਭੇਜਦਾ ਪਠਾਨਾਂ ਦਾ ਹਿਸਾਬ ਕਰੋ। ਪਹਿਲਾਂ ਇਹਨਾਂ ਮੱਖੀਆਂ ਨੂੰ ਹੁਕਮ ਦੇ, ਇਹ ਖਾਣਾ ਖਰਾਬ ਕਰਦੀਆਂ, ਖਾਣੇ ਤੇ ਨਾ ਬੈਠਣ। ਕੈ ਸੋ ਇਲਾਮ ਗੁਰਫਾਰਾ ਨਿਜ ਕਰਤੇ ਅਵਨੀ ਪਰ ਡਾਰਾ। ਔਰ ਇਹਨਾਂ ਕਹਿ ਕੇ ਉਸ ਕਾਜੀ ਨੇ ਸਤਿਗੁਰਾਂ ਦੀ ਇਹ ਚਿੱਠੀ ਪਾੜ ਕੇ ਸਿੱਟ ਦਿੱਤੀ ਹੈ। ਇੱਕ ਪਠਾਨ ਸਗਰੇ ਬਿਸਮਾਹੇ ਉਠੀ ਕਾਜੀ ਡਿਗ ਤੂਰਨ ਆਏ। ਔਰ ਗੁਰੂ ਪਿਆਰਿਓ ਪਠਾਨਾਂ ਨੇ ਉਹ ਜਿਹੜਾ ਕਾਗਜ਼ ਸੀਗਾ ਜਦੋਂ ਕਾਜੀ ਨੇ ਪਾੜ ਕੇ ਸਿੱਟਦਾ ਤਾਂ ਪਠਾਨ ਕੋਲੇ ਆ ਗਏ। ਗੁਰੂ ਨਾ ਮਾਨੇ ਕਾਗਦ ਫਾਰਾ ਦਲ ਮੱਖੀਆ ਪਰ ਪਠੋ ਉਦਾਰਾ। ਔਰ ਉਹ ਕਹਿਣ ਲੱਗੇ ਤੁਸੀਂ ਕਾਗਜ਼ ਕਿਉਂ ਪਾੜਤਾ ਗੁਰੂ ਦਾ? ਉਹਨੇ ਕਿਹਾ ਸੀਗਾ ਇਹ ਮੱਖੀਆਂ ਦਲ ਜੋ ਫਿਰਦਾ ਹੈ ਭੋਜਨ ਖਰਾਬ ਕਰਦਾ, ਇਹਨਾਂ ਨੂੰ ਰੋਕੋ। ਸੁਣ ਕਾਜੀ ਜਰ ਪਰ ਕੈ ਛਾਰ ਗੋਪਿਓ ਰਿਦੇ ਨਾ ਲਖੇ ਗਵਾਰ। ਔਰ ਕਾਜੀ ਨੂੰ ਉਲਟਾ ਗੁੱਸਾ ਆ ਗਿਆ ਗੁਰੂ ਸਾਹਿਬ ਤੇ। ਆਪਰੂ ਪਾਵ ਨਹੀਂ ਕਛ ਚਾਲਾ ਸ਼ਾਹੋ ਸਮੀਪ ਗਿਓ ਤਿਸ ਕਾਲਾ। ਉਥੋਂ ਕਾਜੀ ਉੱਠ ਕੇ ਕਹਿੰਦੇ ਮੌਕੇ ਦੇ ਸ਼ਾਹ ਬਹਾਦਰ ਸ਼ਾਹ ਕੋਲ ਗਿਆ। ਕਹਿਓ ਇਨਾਮ ਗੁਰੂ ਨੇ ਫੇਰਾ ਹਨਤ ਕਰੇ ਸ਼ਰਾਹ ਸਵੇਰਾ। ਕਹਿੰਦਾ ਦੇਖੋ ਰਾਜਾ ਸਾਹਿਬ ਗੁਰੂ ਨੇ ਮੇਰਾ ਜਿਹੜਾ ਹੁਕਮ ਸੀਗਾ ਕਾਨੂੰਨ ਮੁਤਾਬਕ ਪਠਾਨਾਂ ਨੇ ਪੈਸੇ ਲੈਣੇ ਆ ਗੁਰੂ ਘਰ ਤੋਂ ਤੇ ਮੈਂ ਉਹਨਾਂ ਦਾ ਨਿਆਂ ਕਰਕੇ ਚਿੱਠੀ ਲਿਖ ਕੇ ਭੇਜੀ ਸੀ, ਗੁਰੂ ਨੇ ਉਲਟਾ ਚਿੱਠੀ ਦਾ ਇਹ ਜਵਾਬ ਦਿੱਤਾ ਹੈ ਜੀ। ਕਾਗਦ ਫਾਰ ਤਰਾ ਪਰ ਡਾਰਾ ਨਹਿ ਕੈਸੇ ਉਰ ਮੈਂ ਡਰ ਤਾਰਾ। ਔਰ ਇਸ ਤਰ੍ਹਾਂ ਕਹਿਣ ਲੱਗਿਆ ਜਿਹੜਾ ਗੁਰੂ ਨੂੰ ਮੈਂ ਵਾਪਸ ਚਿੱਠੀ ਭੇਜੀ ਸੀ
ਉਹਨਾਂ ਨੇ ਪਾੜ ਕੇ ਸਿੱਟ ਦਿੱਤੇ ਹੈ। ਸੁਣ ਕੇ ਪਾਤਸ਼ਾਹ ਰਿਸ ਰਸਾਜ ਕਾਜੀ ਪਰ ਹੋ ਇਤਰਾਜ। ਤਾਂ ਗੁਰੂ ਪਿਆਰਿਓ ਉਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਕਾਜੀ ਤੇ ਗੁੱਸੇ ਹੋ ਗਿਆ। ਕੀਤੇ ਕਹਾ ਕੀ ਨਮਤ ਮੰਦੇ ਜਾਤ ਇਲਾਹੀ ਫਕਰ ਬਿਲੰਦੇ। ਕਹਿਣ ਲੱਗੇ ਉਹ ਫਕਰਾਂ ਦੀ ਜਾਤ ਹੈ, ਰੱਬ ਦੀ ਜਾਤ ਹੈ, ਫਕਰ ਰੱਬ ਦੇ ਰੂਪ ਹੁੰਦੇ ਐ। ਓਏ ਮੂਰਖਾ ਤੂੰ ਉਹਨਾਂ ਦੀ ਭੇਜੀ ਚਿੱਠੀ ਕਿਉਂ ਪਾੜੀ ਆ? ਇਨ ਪਰ ਕੈਸੇ ਪਠਿਓ ਇਲਾਮ ਏਤੇ ਕੀਨ ਬੁਰੋ ਬਹੁ ਕਾਮ। ਤੂੰ ਗੁਰੂ ਦੇ ਉੱਤੇ ਆਪਣੇ ਵੱਲੋਂ ਹੁਕਮ ਚਲਾਉਂਦਾ ਹੈ ਵੀ ਇਹਨਾਂ ਨੂੰ ਇੰਨੇ ਪੈਸੇ ਦਿਓ। ਇਹ ਤੂੰ ਬਹੁਤ ਗਲਤ ਕੀਤਾ ਹੈ। ਤੈਨੂੰ ਕਿਹਨੇ ਕਿਹਾ ਸੀਗਾ ਗੁਰੂ ਦੇ ਵੱਲ ਐਸੀ ਚਿੱਠੀ ਭੇਜਣ ਲਈ? ਜਿਨ ਆਗੇ ਕਰ ਜੋਰਨ ਬਣੈ ਤਿਨ ਪਰ ਹੁਕਮ ਆਪਨੋ ਬਨੈ। ਜਿਨ੍ਹਾਂ ਦੇ ਸਾਹਮਣੇ ਹੱਥ ਬੰਨ ਕੇ ਬੇਨਤੀ ਕਰਨੀ ਬਣਦੀ ਆ ਤੇ ਤੂੰ ਆਪਣੇ ਆਪ ਨੂੰ ਕਾਜੀ ਸਮਝ ਕੇ ਗੁਰੂ ਗੋਬਿੰਦ ਸਿੰਘ ਤੇ ਹੁਕਮ ਚਲਾਉਣਾ ਹੈ। ਜਿਮ ਕੈ ਕਾਜੀ ਕੀਨ ਤਗੀਰਾ ਗੁਰ ਕੋ ਜਾਣਿਓ ਪੀਰਨ ਪੀਰਾ। ਇਉਂ ਕਾਜੀ ਦੀ ਝੜਕ ਝੰਬ ਕੀਤੀ ਬਹਾਦਰ ਸ਼ਾਹ ਨੇ, ਕਿਉਂਕਿ ਉਹਦਾ ਪਤਾ ਸੀਗਾ ਵੀ ਗੁਰੂ ਦੀ ਕਿਰਪਾ ਨਾਲ ਮੈਨੂੰ ਰਾਜ ਮਿਲਿਆ। ਇਸ ਕਰਕੇ ਝੜਕ ਝੰਬ ਕੀਤੀ ਕਾਜੂ ਨੇ ਕਾਜੀ ਦੀ, ਔਰ ਗੁਰੂ ਨੂੰ ਪੀਰਾਂ ਦਾ ਪੀਰ ਜਾਣਿਆ। ਸਲਤਨ ਦੇ ਮੋਹਿ ਕੋ ਜਾਣੈ ਸੋ ਕੈਸੇ ਕਰ ਇਮਨਹਿ ਮਾਨੈ। ਔਰ ਇਸ ਕਰਕੇ ਹੁਣ ਗੁਰੂ ਨੂੰ ਅਸੀਂ ਹੁਕਮ ਨਹੀਂ ਚਲਾ ਸਕਦੇ। ਜਿਨ੍ਹਾਂ ਨੇ ਸਾਨੂੰ ਰਾਜ ਦਿੱਤਾ ਹੈ ਉਹ ਟੈਕਸ ਕਿਵੇਂ ਮੰਨ ਲੈਣਗੇ? ਟੈਕਸ ਤਾਂ ਤੀਜੇ ਪਾਤਸ਼ਾਹ ਜੀ ਤੋਂ ਵੀ ਮੰਗਿਆ ਸੀਗਾ। ਬਾਦਸ਼ਾਹ ਅਕਬਰ ਦੇ ਸਮੇਂ ਬੀਰਬਲ ਨੇ ਜਾ ਕੇ ਟੈਕਸ ਲੈਣ ਗਿਆ ਸੀਗਾ। ਸਿੱਖਾਂ ਨੇ ਜਾ ਕੇ ਦੱਸਿਆ ਮਹਾਰਾਜ ਸਰਕਾਰੀ ਬੰਦਾ ਆਇਆ ਵਜ਼ੀਰ ਬੀਰਬਲ ਤੇ ਉਹ ਆਪਣੇ ਨਗਰ ਚੋਂ ਟੈਕਸ ਭਾਲਦਾ। ਬਾਦਸ਼ਾਹ ਕਹਿੰਦੇ ਟੈਕਸ ਕਾਹਦਾ? ਸੰਗਤ ਦਾ ਪੈਸਾ ਆਉਂਦਾ ਹੈ, ਲੰਗਰ ਬਣ ਜਾਂਦਾ, ਸੰਗਤ ਛਕ ਜਾਂਦੀ, ਅਸੀਂ ਕਿਹੜਾ ਇੱਥੇ ਕੋਈ ਕਮਾਈ ਕਰਦੇ ਹਾਂ। ਤੇ ਬੀਰਬਲ ਨੂੰ ਗੁਰੂ ਪਿਆਰਿਓ ਉਸ ਵੇਲੇ ਫਿਰ ਤੀਜੇ ਪਾਤਸ਼ਾਹ ਨੇ ਹੁਕਮ ਕੀਤਾ ਸੀਗਾ। ਪਿੱਛੋਂ ਸੁਨੇਹਾ ਆ ਗਿਆ ਅਕਬਰ ਦਾ ਬਈ ਤੂੰ ਜਲਦੀ ਕਸ਼ਮੀਰ ਵੱਲ ਜਾ, ਉਧਰਲਾ ਸੂਬੇਦਾਰ ਐਂਟੀ ਹੋ ਰਿਹਾ, ਉਹਨੂੰ ਜਿੱਤ ਕੇ ਆ, ਫੜ ਕੇ ਲਿਆ ਜਾ, ਖਤਮ ਕਰਕੇ ਆ। ਤੇ ਬੀਰਬਲ ਕਹਿਣ ਲੱਗਿਆ ਹੁਣ ਤਾਂ ਚੱਲਿਆ ਮੈਂ ਕਸ਼ਮੀਰ, ਜੇ ਮੇਰੇ ਆਉਂਦੇ ਟੈਕਸ ਨਾ ਇਕੱਠਾ ਕੀਤਾ ਤੁਸੀਂ ਤੇ ਫਿਰ ਮੈਂ ਸਭ ਨੂੰ ਲੈ ਜਾਊਂਗਾ। ਤੇ ਤੀਜੇ ਪਾਤਸ਼ਾਹ ਕਹਿੰਦੇ ਕਸ਼ਮੀਰੋਂ ਮੁੜਦਾ ਹੀ ਨਹੀਂ। ਕਹੋ ਸਤਨਾਮ, ਇਹ ਕਸ਼ਮੀਰੋਂ ਮੁੜ ਕੇ ਨਹੀਂ ਆਉਂਦਾ। ਹੁਣ ਉੱਥੇ ਬਰਫਾਂ ਥੱਲੇ ਦਬ ਕੇ ਮਰ ਗਿਆ ਸੀਗਾ ਬੀਰਬਲ। ਤੂੰ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਤੋਂ ਤੂੰ ਟੈਕਸ ਮੰਗਦਾ, ਤੈਨੂੰ ਇਹ ਹੱਕ ਨਹੀਂ ਸੀਗਾ ਸਤਿਗੁਰਾਂ ਤੇ ਹੁਕਮ ਚਲਾਉਣ ਦਾ। ਰਾਜਾ ਇੱਕ ਜੈ ਸਿੰਘ ਸਵਾਏ ਦੁਤੀ ਅਜੀਤ ਸਿੰਘ ਨਰ ਰਾਏ। ਤਾਂ ਇੱਕ ਰਾਜਾ ਜੈ ਸਿੰਘ ਤੇ ਇੱਕ ਦੂਸਰਾ ਰਾਜਾ ਅਜੀਤ ਸਿੰਘ ਹੋਇਆ। ਉਤਰੇ ਹੁਤੇ ਸੋ ਲਸ਼ਕਰ ਮਾਹੀ ਸਤਿਗੁਰ ਸ਼ੋਭਾ ਸੁਨ ਕਰ ਤਾਹੀ। ਇਹ ਦੋ ਰਾਜੇ ਵੀ ਸਤਿਗੁਰਾਂ ਦੇ ਇਸ ਥਾਂ ਆਉਣ ਦੇ ਕਾਰਨ ਸੁਣ ਕੇ ਤੇ ਇਹਨਾਂ ਦੇ ਕੋਲ ਉਤਰੇ ਹੋਏ ਸੀ ਦਰਸ਼ਨਾਂ ਵਾਸਤੇ। ਬੇਹਿਤ ਸੋ ਚਲ ਕਰ ਆਏ ਦਵੈਸ ਤਨ ਅਕੌਰ ਕੋ ਲਿਆਏ। ਤੇ ਇਹ ਦੋਨੇ ਰਾਜੇ ਸਤਿਗੁਰਾਂ ਨੂੰ ਮਿਲਣ ਲਈ ਉੱਥੇ ਜਿੱਥੇ ਦੀਵਾਨ ਸਜਿਆ ਆਗਰੇ ਬਾਗ ਦੇ ਵਿੱਚ ਇਹਨਾਂ ਨੇ ਆ ਕੇ ਮੱਥਾ ਟੇਕਿਆ। ਦਵੈ ਅਸ ਦੋ ਘੋੜੇ ਤੇ ਬਹੁਤ ਸਾਰੀ ਮਾਇਆ ਭੇਟ ਕੀਤੀ ਹੈ। ਸੰਗ ਬਹੁਤ ਸੁਪਟਨ ਕੀ ਪੀਰ ਪਹੁੰਚੇ ਆਨ ਪ੍ਰਭੂ ਕੇ ਤੀਰ। ਔਰ ਨਾਲ ਬਹੁਤ ਸਾਰੀ ਇਹਨਾਂ ਦੇ ਫੌਜ ਵੀ ਹੈ ਤੇ ਸਤਿਗੁਰਾਂ ਦੇ ਕੋਲ ਆਉਂਦੇ ਹਨ। ਹਰ ਪਗ ਨਮੋ ਹੁਕਮ ਲੈ ਥਿਰੇ ਮੁਦਤ ਪਏ ਗੁਰ ਦਰਸ਼ਨ ਕਰੇ। ਔਰ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ ਤੇ ਨਾਲੇ ਕਹਿੰਦੇ ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨਾਂ ਨੂੰ ਕਰਦਿਆਂ, ਬਹੁਤ ਸਮਾਂ ਲੰਘ ਗਿਆ, ਅੱਜ ਦਰਸ਼ਨ ਹੋਏ ਹਨ। ਸ਼੍ਰੀ ਮੁਖ ਕਰ ਬੂਝੇ ਤੈ ਸਮੈ ਆਪਨ ਪ੍ਰਸੰਗ ਸੁਣਾਵੋ ਹਮੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੁਣਾਓ ਆਪਣੇ ਬਾਰੇ ਦੱਸੋ ਕੁਝ। ਇਤਕ ਬਾਹਨੀ ਰਾਖਨ ਕੇਰਾ ਰਾਜ ਤੁਮੋ ਡਿਗ ਹੈ ਜੋ ਬਡੇਰਾ। ਤੁਹਾਡੇ ਕੋਲੇ ਕਿੰਨੀ ਕੁ ਫੌਜ ਹੈ? ਫੌਜ ਦੇ ਹਿਸਾਬ ਨਾਲ ਹੀ ਤਾਕਤ ਦਾ ਪਤਾ ਲੱਗਦਾ ਰਾਜੇ ਕੋਲੇ ਕਿੰਨੀ ਫੌਜ ਹੈ, ਤਾਂ ਉਸ ਤੋਂ ਰਾਜੇ ਤਾਕਤ ਦਾ ਪਤਾ ਲੱਗਦਾ। ਹਥਿਆਰ ਕਿੰਨੇ ਆ, ਸ਼ਸਤਰ ਕਿੰਨਾ, ਬਰੂਦ ਕੋਲਾ ਕਿੰਨਾ ਹੈ। ਤੇ ਲਗਭਗ ਆ ਜਦੋਂ ਨਮਾਇਸ਼ ਹੁੰਦੀ ਹੈ ਗੁਰੂ ਪਿਆਰਿਓ ਸੁਤੰਤਰਤਾ ਦਿਵਸ ਤੇ ਆਜ਼ਾਦੀ ਦਿਵਸ ਤੇ ਸਾਰੇ ਦੇਸ਼ ਆਪੋ ਆਪਣੀ ਨਮਾਇਸ਼ ਲਾਉਂਦੇ ਆ ਉਹਨਾਂ ਦਿਨਾਂ ਦੇ ਵਿੱਚ, ਤੇ ਉਹ ਸੰਸਾਰ ਨੂੰ ਵਿਖਾਉਂਦੇ ਆ ਵੀ ਸਾਡੇ ਕੋਲੇ ਐਸੇ ਐਸੇ ਹਥਿਆਰ ਹੈ, ਸਾਡੇ ਕੋਲੇ ਐਸੇ ਐਸੇ ਸਮਾਨ ਹੈ, ਐਸੀ ਐਸੀ ਸਾਡੇ ਕੋਲੇ ਫੌਜ ਆ। ਸੋ ਖੈਰ ਇਹ ਵਿਖਾਵਾ ਕਰਨਾ ਹੁੰਦਾ ਹੈ ਤਾਂ ਕਿ ਦੂਜੇ ਦੇਸ਼ ਡਰਦੇ ਰਹਿਣ ਵੀ ਇਹਦੇ ਨਾਲ ਪੰਗਾ ਨਾ ਲਓ, ਇਹਦੇ ਕੋਲ ਤਾਂ ਬਹੁਤ ਕੁਛ ਹੈ। ਤੋ ਖੈਰ
ਸਤਿਗੁਰੂ ਪਾਤਸ਼ਾਹ ਪੁੱਛਦੇ ਆ ਤੁਹਾਡੇ ਕੋਲ ਕਿੰਨੀ ਕੁ ਫੌਜ ਹੈ? ਕੀਰਤਕ ਬਾਹਾਨੀ ਰਾਖਨ ਕੀਰਾ ਰਾਜ ਤੁਮੋ ਡਿਗ ਹੈ ਜੋ ਬਡੇਰਾ। ਤੁਹਾਡੇ ਕੋਲ ਇਹ ਰਾਜ ਹੈ, ਕਿੰਨੀ ਕੁ ਫੌਜ ਰੱਖਦੇ ਹੋ? ਸੁਨ ਰਾਜਨ ਕਰ ਜੋਰ ਉਚਾਰੇ ਦੇਸ਼ ਬਟੋਰਨ ਕਰੇ ਜੇ ਸਾਰੇ। ਰਾਜੇ ਕਹਿੰਦੇ ਜੀ ਅਸੀਂ ਸਾਰੇ ਦੇਸ਼ ਦੀ ਗਿਣਤੀ ਕਰੀਏ 1.25 ਲੱਖ ਕੋਰਾ ਹੋਏ ਜਾਏ ਸਭ ਕੋ ਖਰਚ ਚਲੇ ਸਮਦਾਏ। ਤੋ ਇੱਥੋਂ ਹਿਸਾਬ ਜਾ ਲਾ ਲਓ ਵੀ 1.25 ਲੱਖ ਸਾਡੇ ਕੋਲੇ ਘੋੜਾ ਹੈ ਤੇ ਘੋੜਿਆਂ ਉੱਤੇ ਸਵਾਰ ਵੀ ਹੋਣਗੇ, ਉਹ ਫੌਜ ਹੋਗੀ। ਕਹੋ ਸਤਨਾਮ। ਤੋ ਇਹਨਾਂ ਸਭ ਦਾ ਖਰਚਾ ਪਾਣੀ ਚੱਲਦਾ ਹੈ। ਧਨੀ ਤੇਗ ਕੇ ਬੜ ਰਜਪੂਤ ਛਿਨ ਮੇ ਰਿਪ ਕੋ ਕਰਤ ਕਸੂਤ। ਸਾਡੀ ਰਾਜਪੂਤਾਂ ਦੀ ਫੌਜ ਹੈ ਮਹਾਰਾਜ, ਜਿਹੜੇ ਤੇਗ ਦੇ ਬੜੇ ਧਨੀ ਹੈ, ਦੁਸ਼ਮਣ ਦੇ ਲਸ਼ਕਰ ਨੂੰ ਮਿੰਟਾਂ ਵਿੱਚ ਖਤਮ ਕਰ ਸਕਦੇ ਆ। ਨਿਕਟ ਦੌਨ ਕੇ ਲੱਖ ਅਡਾਏ ਸੰਗ ਚੜੇ ਘੋਰਾ ਸਮਦਾਏ। 1.25 ਲੱਖ ਫੌਜ, 1.25 ਲੱਖ ਘੋੜਾ ਇਹਦੇ ਕੋਲੇ ਆ ਤੇ 1.25 ਲੱਖ ਮੇਰੇ ਕੋਲੇ ਆ। ਸਾਡੀ ਕੋਲ 2.5 ਲੱਖ ਫੌਜ ਹੈ, ਜਿੱਧਰ ਚੜ ਜਾਂਦੇ ਹਾਂ। ਸ਼੍ਰੀ ਮੁਖ ਤੇ ਤਿੰਨ ਪ੍ਰਤ ਫਰਮਾਇਓ ਲਸ਼ਕਰ ਦੇਸ ਅਹਿ ਅਧਕਾਇਓ। ਅੱਛਾ, ਫਿਰ ਤਾਂ ਤੁਹਾਡੇ ਕੋਲੇ ਬਹੁਤ ਫੌਜ ਹੈ। ਕੋਈ ਉਸ ਵੇਲੇ ਇੰਨੀ ਵੀ ਬਹੁਤ ਹੁੰਦੀ ਸੀ ਤਾਂ ਕਹਿੰਦੇ ਫਿਰ ਤਾਂ ਤੁਹਾਡੇ ਕੋਲੇ ਬਹੁਤ ਫੌਜ ਹੈ ਤੇ ਬਹੁਤ ਇਲਾਕਾ ਹੈ। ਤੇਜ ਵਿਸਾਲ ਸ਼ਸਤਰ ਬੜ ਧਾਰੇ ਬੁਰੇ ਬਾਰਤਾ ਇੱਕ ਤੁਮਾਰੇ। ਤੁਹਾਡਾ ਸ਼ਸਤਰ ਧਾਰੀ ਹੋ, ਤੇਜ ਪ੍ਰਤਾਪ ਹੈ ਤੁਹਾਡਾ, ਪਰ ਤੁਹਾਡੇ 'ਚ ਇੱਕ ਵੱਡੀ ਗਲਤੀ ਹੈ। ਗਊ ਕਸਾਈ ਕੇ ਕਰ ਦੇਤ ਧਰਮ ਵਿਨਾਸ਼ ਆਪਨ ਕਰ ਲੇਤ। ਕਮਾਲ ਦੀ ਗੱਲ ਕਹੀ ਹੈ, ਸਮਝਣ ਵਾਲੀ ਹੈ, ਬੜੀ ਡੂੰਘੀ ਵੀ ਹੈ। ਤੁਹਾਡੇ 'ਚ ਇੱਕ ਗਲਤੀ ਹੈ, ਤੁਸੀਂ ਗਊ ਕਸਾਈ ਨੂੰ ਦਿੰਦੇ ਹੋ। ਕਹੋ ਸਤਨਾਮ। ਤੁਸੀਂ ਕਸਾਈ ਨੂੰ ਗਊ ਦਿੰਦੇ ਹੋ, ਮਤਲਬ ਆਪਣਾ ਧਰਮ ਜਿਹੜਾ ਹੈ ਮੁਗਲਾਂ ਦੇ ਹਵਾਲੇ ਕੀਤਾ ਹੋਇਆ। ਤੁਸੀਂ ਖੁਦ ਵਾਸੀ ਹੋ ਕੇ ਇਸ ਭਾਰਤ ਵਰਸ਼ ਦੇ ਰਾਜਪੂਤ ਰਾਜੇ ਹੋ ਕੇ ਰਾਜ ਆਪ ਨਹੀਂ ਸੰਭਾਲ ਸਕਦੇ, ਇੰਨੀ ਫੌਜ ਹੋਵੇ ਤੇ ਇਹ ਧਰਤੀ ਜਿਹੜੀ ਹੈ ਆਪਣੀ ਮੁਗਲਾਂ ਦੇ ਵਸ ਕੀਤੀ ਹੋਵੇ। ਨਰਪਤ ਸੁਨ ਗੁਰ ਤੇ ਬਿਸਮਾਏ ਚਿਤ ਮੇ ਚਿਤਵਤ ਲਖਿਓ ਨਾ ਜਾਏ। ਉਹ ਰਾਜੇ ਹੈਰਾਨ ਹੋ ਗਏ ਵੀ ਗਊ ਨੂੰ ਕਸਾਈ ਨੂੰ ਦੇਣ ਦਾ ਕੀ ਮਤਲਬ ਹੋਇਆ। ਹੈਰਾਨ ਹੋ ਗਏ, ਕਹਿੰਦੇ ਜੀ ਸਮਝ ਨਹੀਂ ਆਈ। ਸਕਲ ਦੇਸ਼ ਕੇ ਵਿੱਚ ਕਿਸ ਥਾਈ ਬਸਨਾ ਦੇ ਕਸਾਬ ਕਦਾਏ। ਅਸੀਂ ਤਾਂ ਦੇਸ਼ ਵਿੱਚ ਕਸਾਈਆਂ ਨੂੰ ਰਹਿਣ ਨਹੀਂ ਦਿੰਦੇ। ਜੈ ਲਗ ਹਮਰੇ ਪਾਰ ਬਸਾਏ ਬਿਕੋ ਕਸਾਬ ਤੁਰਤ ਬਿਨਸਾਏ। ਜਿੱਥੋਂ ਤੱਕ ਸਾਡਾ ਰਾਜ ਹੈ ਅਸੀਂ ਆਪਣੇ ਹੱਦ ਵਿੱਚ ਕਸਾਈਆਂ ਨੂੰ ਗਊ ਨਹੀਂ ਮਾਰਨ ਦਿੰਦੇ। ਇਹ ਸਿੱਧੀ ਜੀ ਗੱਲ ਸਮਝ ਗਏ। ਪਾਤਸ਼ਾਹ ਨੇ ਇੱਕ ਰਮਜ ਮਾਰੀ ਸੀ, ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਵੇ ਸਮਝ ਜਮਾਨਾ ਕੀ ਜਾਣੇ। ਸਤਿਗੁਰ ਨੇ ਇੱਕ ਰਮਜ ਮਾਰੀ ਸੀ, ਕਹਿੰਦੇ ਜੀ ਸਮਝ ਨਹੀਂ ਆਈ। ਅਸੀਂ ਤਾਂ ਆਪਣੇ ਇਲਾਕੇ ਵਿੱਚ ਕੋਈ ਕਸਾਈ ਇਦਾਂ ਦਾ ਰਹਿਣ ਨਹੀਂ ਦਿੰਦੇ। ਜਿਸ ਤੇ ਆਪ ਸੁਣੀ ਫਰਮਾਹੋ ਜਿਸ ਤੇ ਦੇ ਉਪਦੇਸ਼ ਹਟਾਓ। ਮਹਾਰਾਜ ਸਮਝ ਨਹੀਂ ਆਈ, ਦੱਸਣਾ ਕਰੋ ਤੁਹਾਨੂੰ ਇਹ ਗੱਲ ਕਿਹਨੇ ਕਹੀ ਆ। ਸ਼੍ਰੀ ਮੁਖ ਤੇ ਫਰਮਾਇਓ ਭੇਤ ਤਨੁਜਾ ਤੁਰਕਨ ਕੋ ਤੁਮ ਦੇਤ। ਕਹਿਣ ਲੱਗੇ ਜਿਹੜੀ ਆਪਣੀ ਲੜਕੀ ਤੁਰਕਾਂ ਦੇ ਵਿਆਹੁੰਦੇ ਹੋ ਇਹ ਗਲਤ ਗੱਲ ਹੈ। ਭਾਵ ਤੁਹਾਨੂੰ ਆਪਣੇ ਧਰਮ ਨੂੰ ਕਾਇਮ ਰੱਖਣਾ ਚਾਹੀਦਾ ਹੈ। ਤੁਹਾਡਾ ਆਪਣਾ ਧਰਮ ਕਾਇਮ ਨਹੀਂ ਹੈ। ਤੁਸੀਂ ਰਾਜ ਲੈਣ ਵਾਸਤੇ, ਗੱਦੀਆਂ ਲੈਣ ਵਾਸਤੇ, ਉਪਾਧੀਆਂ ਲੈਣ ਵਾਸਤੇ ਲੜਕੀਆਂ ਮੁਗਲਾਂ ਨੂੰ ਜਿਹੜਾ ਦਿੰਦੇ ਹੋ। ਇਸ ਤੇ ਪਰੇ ਨਾ ਔਗਣ ਔਰ ਕਛ ਵਾਹੇ ਹਾਡੇ ਰਾਠੌਰ। ਇਹ ਤੋਂ ਵੱਡਾ ਔਗਣ ਹੋਰ ਕੀ ਹੋ ਸਕਦਾ ਹੈ। ਕਛਵਾਹੇ ਹਾਂਡੇ ਰਠੌਰ। ਇति ਆਦਿਕ ਤੁਮ ਨਾਮ ਕਹਾਵੋ ਆਪਣੀ ਐਟ ਸੁਜਸ ਬਿਰਤਾਹੋ। ਦੁਨੀਆ ਵਿੱਚ ਤੁਹਾਡਾ ਬੜਾ ਵੱਡਾ ਨੱਕ ਹੈ। ਅਸੀਂ ਰਠੌਰ ਹੁੰਨੇ ਆ, ਅਸੀਂ ਕਛਵਾਹੇ ਹੁੰਨੇ ਹਾਂ, ਅਸੀਂ ਹਾਂਡੇ ਹੁੰਨੇ ਹਾਂ, ਅਸੀਂ ਰਾਜਪੂਤ ਹੁੰਨੇ ਆ। ਦੁਨੀਆ ਤਾਂ ਬੜਾ ਨੱਕ ਜਾ ਵੱਡਾ ਕਰਦੇ ਹੋ, ਪਰ ਇਹ ਤੁਮ ਬਿਕੇ ਰੀਤ ਬਹੁ ਖੋਟੀ ਕਰਤ ਰਹੇ ਕਿਨ ਪ੍ਰਥਮ ਨਾ ਹੋਟੀ। ਇਹ ਰੀਤ ਤੁਹਾਡੇ ਵਿੱਚ ਬਹੁਤ ਮਾੜੀ ਆ। ਕਿਸੇ ਨੇ ਤੁਹਾਨੂੰ ਰੋਕਿਆ ਨੀਗਾ ਬਈ ਹਿੰਦੂਆਂ ਦੀਆਂ ਲੜਕੀਆਂ ਤੁਰਕਾਂ ਨੂੰ ਨਹੀਂ ਦੇਣੀਆਂ। ਤੋ ਜੈਮਲ ਤੇ ਫੱਤਾ ਦੋ ਰਾਜਿਆਂ ਨੇ ਅਕਬਰ ਦਾ ਮੁਕਾਬਲਾ ਇਸੇ ਗੱਲ ਤੇ ਕੀਤਾ ਸੀਗਾ। ਉਹ ਕਹਿੰਦਾ ਜੀ ਤੁਹਾਡੀਆਂ ਲੜਕੀਆਂ ਦਾ ਸਾਖ ਸਾਨੂੰ ਦਿਓ। ਰਾਜਾ ਅਕਬਰ ਕਹਿੰਦਾ ਸੀਗਾ ਤੇ ਉਹਨਾਂ ਨੇ ਅੱਗੋਂ ਗੁਰੂ ਪਿਆਰਿਓ ਫਿਰ ਜਵਾਬ ਦੇਤਾ ਸੀਗਾ ਤੇ ਇਸੇ ਵਿਸ਼ੇ ਤੇ ਲੜਾਈ ਹੋਈ ਸੀ। ਖੈਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਕਿਸੇ ਨੇ ਵਰਜਿਆ ਨਹੀਂ ਇਸ ਗੱਲ ਤੋਂ।
आगे को चाहिए तुम ऐसे तुन जा तुर्कना दीजे कैसे। ਅੱਗੇ ਤੋਂ ਤੁਸੀਂ ਆਪਣੀ ਲੜਕੀ ਤੁਰਕਾਂ ਦੇ ਨਹੀਂ ਦੇਣੀ। ਸੁਣਤ ਨਿਰੰਜਨ ਹਿਰਦੇ ਵਿਚਾਰੇ ਗੁਰ ਉਪਦੇਸ਼ ਹਮੋ ਜਸਕਾਰੇ। ਔਰ ਇਹਨਾਂ ਰਾਜਿਆਂ ਨੇ ਰਾਜਾ ਜੈ ਸਿੰਘ ਜਿਹੜਾ ਹੋਇਆ, ਗੁਰੂ ਪਿਆਰੂ ਰਾਜਾ ਅਜੀਤ ਸਿੰਘ ਹੋਇਆ, ਇਹ ਰਾਜੇ ਜਿਹੜੇ ਸਨ ਮੁਸਲਮਾਨ ਨਹੀਂ ਸਨ, ਪਰ ਉਹਨਾਂ ਦੇ ਕੋਲ ਨੌਕਰੀ ਕਰਦੇ ਸਨ। ਰਾਜਾ ਜੈ ਸਿੰਘ ਹੀ ਗਿਆ ਸੀਗਾ ਅਸਾਮ ਦੇ ਰਾਜੇ ਨੂੰ ਜਿੱਤਣ ਵਾਸਤੇ। ਪਹਿਲਾਂ ਇਹਨਾਂ ਦੇ ਬਜ਼ੁਰਗ ਨੂੰ ਭੇਜਿਆ ਸੀਗਾ, ਅਸਾਮ ਦੇ ਰਾਜੇ ਨੇ ਜਾਦੂ ਮੰਤਰਾਂ ਦੇ ਨਾਲ ਹੀ ਉਹਨੂੰ ਮਰਵਾ ਦਿੱਤਾ ਸੀਗਾ। ਫਿਰ ਅਗਲੇ ਰਾਜੇ ਔਰੰਗਜ਼ੇਬ ਨੇ ਜੈ ਸਿੰਘ ਨੂੰ ਭੇਜਤਾ ਸੀਗਾ, ਤੇ ਰਾਜਾ ਜੈ ਸਿੰਘ ਦੀ ਮਾਂ ਰੋਣ ਲੱਗੀ, ਪੁੱਤਰਾ ਅੱਗੇ ਤੇਰਾ ਬਾਪ ਗਿਆ ਸੀਗਾ, ਉਹ ਨਹੀਂ ਮੁੜਿਆ ਤੇ ਤੈਨੂੰ ਵੀ ਮਰਵਾ ਦੇਣਾ ਉਹਨਾਂ ਨੇ। ਫਿਰ ਘਰੇ ਬੈਠ ਕੇ ਮਸ਼ਵਰਾ ਹੋਇਆ ਵੀ ਹੁਣ ਕੀ ਕੀਤਾ ਜਾਵੇ, ਤੇ ਕਹਿੰਦੇ ਵੀ ਐਂ ਕਰੋ ਗੁਰੂ ਨਾਨਕ ਦੇ ਘਰ ਦੀ ਸ਼ਰਨ ਲਓ। ਫਿਰ ਰਾਜਾ ਆ ਕੇ ਗੁਰੂ ਪਿਆਰਿਓ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਿਲਿਆ ਸੀ, ਬੇਨਤੀ ਕੀਤੀ ਸੀ ਸਾਡੀ ਰਕਸ਼ਾ ਕਰੋ, ਅਸੀਂ ਜੰਗ ਵੀ ਜਿੱਤ ਜਾਈਏ ਤੇ ਸਾਡੀ ਜਾਨ ਵੀ ਬਚ ਜਾਵੇ। ਤਾਂ ਗੁਰੂ ਤੇਗ ਬਹਾਦਰ ਜੀ ਨਾਲ ਗਏ ਸੀਗੇ। ਫਿਰ ਗੁਰੂ ਪਿਆਰਿਓ ਰਾਜਾ ਜੈ ਸਿੰਘ ਜਿਹੜਾ ਹੈ ਜਿਉਂਦਾ ਜਾਗਦਾ ਮੁੜ ਆਇਆ ਸੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਅੱਜ ਤੋਂ ਬਾਅਦ ਤੁਸੀਂ ਐਸਾ ਕੰਮ ਨਹੀਂ ਕਰਨਾ। ਇਹਨਾਂ ਨੇ ਵੀ ਸੋਚਿਆ ਵੀ ਗੱਲ ਤਾਂ ਸਹੀ ਆ। ਦੇਸ਼ ਵਿਦੇਸ਼ਨ ਮੇ ਆਪ ਕੀਰਤ ਸਭ ਰਜਪੂਤਨ ਕੀ ਬਸ ਤੀਰਤ। ਇਸ ਗੱਲ ਦੇ ਵਿੱਚ ਤਾਂ ਸਾਰੇ ਦੂਜੇ ਦੇਸ਼ਾਂ ਵਿੱਚ ਸਾਡੀਆਂ ਗੱਲਾਂ ਹੁੰਦੀਆਂ ਕਿ ਰਾਜਪੂਤ ਆਪਣੀਆਂ ਕੁੜੀਆਂ ਤੁਰਕਾਂ ਨੂੰ ਦਿੰਦੇ ਹਨ। ਇਤਿਆਦਿਕ ਬੌਦੋਹਨ ਵਿਚਾਰੇ ਗੁਰ ਹਜੂਰ ਤਬ ਸਭ ਤੋਂ ਚਾਰੇ। ਔਰ ਇਹਨਾਂ ਦੋਨਾਂ ਰਾਜਿਆਂ ਨੇ ਇਹ ਗੱਲ ਸੁਣੀ, ਵਿਚਾਰ ਕੀਤੀ ਤੇ ਗੁਰੂ ਸਾਹਿਬ ਦੇ ਸਾਹਮਣੇ ਹੀ ਵਾਅਦਾ ਕੀਤਾ, ਸਹੁੰ ਪਾਈ ਹੈ। ਜੋ ਰਜਪੂਤ ਬੀਜ ਸ਼ੁਭ ਹੋਏ ਤੁਨਜਾ ਤੁਰਕ ਨਾ ਦਹਿ ਕੋਏ। ਲੋ ਮਰ ਅੱਜ ਤੋਂ ਬਾਅਦ ਜਿਹੜਾ ਆਪਣੇ ਆਪ ਨੂੰ ਰਾਜਪੂਤ ਕਹਾਉਂਦਾ ਹੋਵੇਗਾ ਉਹ ਤੁਰਕਾਂ ਨੂੰ ਧੀ ਨਹੀਂ ਦੇਵੇਗਾ। ਸ੍ਰੀ ਗੁਰੂ ਤੁਮਰੋ ਪਿਓ ਪਿਤਾਮਾ ਸੋ ਜਸ ਆਜ ਲਗਤ ਨ ਅਬਿਰਾਮਾ। ਤੁਹਾਡੇ ਦਾਦਿਆਂ ਦਾ ਪੜਦਾਦਿਆਂ ਦਾ ਤੁਹਾਡੇ ਪਿਤਾਮੇ ਵੱਡਿਆਂ ਦਾ ਅੱਜ ਤੱਕ ਦੁਨੀਆ ਵਿੱਚ ਜਸ ਹੁੰਦਾ ਹੈ ਮਹਾਰਾਜ। ਰਾਜੇ ਬਾਵਨ ਕੋ ਮੁਚਵਾਏ ਬਹਿਰ ਗਵਾਲੀਅਰ ਤੇ ਤਬ ਆਏ। ਜੋ ਤੁਹਾਡੇ ਦਾਦਾ ਜੀ ਹੋਏ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਕੱਢ ਕੇ ਲਿਆਏ ਸੀ। ਤੁਸੀਂ ਵੀ ਉਹਨਾਂ ਦੇ ਪੋਤਰੇ ਹੋ। ਜੰਗ ਦੇ ਮੈਦਾਨ ਵਿੱਚ ਬੜਾ ਹੀ ਵੀਰ ਰਸ ਦਿਖਾਉਣਾ ਕੀਤਾ ਹੈ ਜੀ। ਸੁਣੇ ਜੰਗ ਰਾਵਰ ਕੇ ਭਾਰੇ ਕਰਿਓ ਸ਼ੋਕ ਤੁਰਕਾਨੇ ਸਾਰੇ। ਤੁਹਾਡੇ ਜੰਗਾਂ ਬਾਰੇ ਵੀ ਸੁਣਿਆ, 14 ਜੰਗ ਜੋ ਪਾਤਸ਼ਾਹ ਨੇ ਕੀਤੇ ਆ ਮਹਾਰਾਜ। ਤੁਹਾਡੇ ਜੰਗਾਂ ਬਾਰੇ ਵੀ ਲੋਕਾਂ ਤੋਂ ਸੁਣਿਆ ਕਿ ਤੁਰਕਾਂ ਦੇ ਘਰਾਂ ਵਿੱਚ ਤੁਰਕਾਨੇ ਵਿੱਚ ਤੁਸੀਂ ਸ਼ੋਕ ਪਾ ਦਿੱਤਾ, ਭਾਵ ਬਹੁਤ ਤੁਰਕਾਂ ਦਾ ਜੰਗ ਦੇ ਮੈਦਾਨ ਵਿੱਚ ਖਾਤਮਾ ਕੀਤਾ ਹੈ। ਸ੍ਰੀ ਗੁਰ ਕਿਰਪਾ ਦ੍ਰਿਸ਼ਟ ਤਬ ਕੀਨਾ ਸਿਪਰ ਖੜਗ ਮਗਾਵਨ ਕੀਨਾ। ਸਤਿਗੁਰਾਂ ਨੇ ਆਪਣੇ ਖਜ਼ਾਨੇ ਵਿੱਚੋਂ ਇੱਕ ਤਲਵਾਰ ਸ੍ਰੀ ਸਾਹਿਬ ਅਤੇ ਇੱਕ ਢਾਲ ਮੰਗਵਾਉਣੀ ਕੀਤੀ ਹੈ। ਬਖਸ਼ੀ ਜੈ ਸਿੰਘ ਕੋ ਹਰ ਖਾਏ ਲੇਕਰ ਮੇ ਪਗ ਸੀਸ ਨਿਵਾਏ। ਔਰ ਸਤਿਗੁਰਾਂ ਨੇ ਸਰੋਪੇ ਦੇ ਰੂਪ ਦੇ ਵਿੱਚ ਇਹ ਬਖਸ਼ਿਸ਼ ਰਾਜੇ ਜੈ ਸਿੰਘ ਨੂੰ ਕੀਤੀ ਹੈ। ਔਰ ਇਸ ਨੇ ਇਸ ਬਖਸ਼ਿਸ਼ ਨੂੰ ਲੈ ਕੇ ਸੀਸ ਤੇ ਰੱਖਿਆ ਹੈ ਤੇ ਮੱਥਾ ਟੇਕਦਾ ਹੈ। ਕਸ਼ਤ ਨੁਕ ਦੇਖ ਕਰ ਪੀਨਾ ਨਿਰਪਤ ਅਜੀਤ ਸਿੰਘ ਕਹੋ ਦੀਨਾ। ਔਰ ਸਤਿਗੁਰਾਂ ਦੇ ਸਾਹਮਣੇ ਇੱਕ ਤਰਕਸ਼ ਤੀਰਾਂ ਦਾ ਭੱਥਾ ਤੇ ਧਨੁਕ ਸੀਗਾ, ਉਹ ਉਹਨਾਂ ਨੇ ਦੂਸਰੇ ਰਾਜੇ ਅਜੀਤ ਸਿੰਘ ਨੂੰ ਦਿੱਤਾ ਹੈ। ਲੈ ਬਖਸ਼ਿਸ਼ ਹਰ ਖਾਏ ਨਮੋ ਕਰੀ ਹੋਏ ਬਿਦਾ ਸਿਧਾਏ। ਸਤਿਗੁਰਾਂ ਤੋਂ ਇਹ ਬਖਸ਼ਿਸ਼ ਲੈ ਕੇ ਬੜੇ ਖੁਸ਼ ਹੋਏ ਤੇ ਨਮਸਕਾਰ ਕਰਕੇ ਚਲੇ ਗਏ ਜੀ। ਗਏ ਸਰਾਹਤ ਆਪਣੇ ਡੇਰੇ ਸ੍ਰੀ ਨਾਨਕ ਗਾਦੀ ਪਰ ਹੇਰੇ। ਔਰ ਸਤਿਗੁਰਾਂ ਦੀਆਂ ਸਿਫਤਾਂ ਕਰਦੇ ਹੋਏ ਦੋਨੇ ਰਾਜ ਆਪਣੇ ਰਾਜ ਨੂੰ ਚਲੇ ਗਏ। ਸ੍ਰੀ ਪ੍ਰਭ ਦਿਨ ਕਿਤਕ ਬਿਤਾਏ ਦਰਸੇ ਸੰਗਤ ਮਿਲ ਸਮਦਾਏ। ਔਰ ਜਾਂਦੇ ਹੋਏ ਰਸਤੇ ਵਿੱਚ ਗੁਰੂ ਨਾਨਕ ਦੀ ਗੱਦੀ ਦੀਆਂ ਬੜੀਆਂ ਸਿਫਤਾਂ ਕਰਦੇ ਜਾ ਰਹੇ ਹਨ। ਔਰ ਇਮ ਸ਼੍ਰੀ ਪ੍ਰਭ ਦਿਨ ਕਿਤਕ ਬਿਤਾਏ। ਕੁਝ ਦਿਨ ਸਤਿਗੁਰਾਂ ਨੇ ਬਾਰਿਸ਼ ਦਾ ਮਹੀਨਾ ਚਮਾਸੇ ਦੇ ਦਿਨ ਇੱਥੇ ਕੱਟਣੇ ਕੀਤੇ। ਬਹੁਤ ਸੰਗਤਾਂ ਨੇ ਲਾਹਾ ਲਿਆ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਨਿਹਾਲ ਕੀਤਾ ਆਉਣ ਵਾਲੀਆਂ ਸੰਗਤਾਂ ਨੂੰ, ਤੇ ਸੰਗਤਾਂ ਨੇ ਸਤਿਗੁਰਾਂ ਦੇ ਕੋਲ ਬੇਅੰਤ ਮਾਇਆ ਦੇ ਢੇਰ ਲਾ ਦਿੱਤੇ ਹਨ। ਖਜ਼ਾਨੇ ਇਕੱਠੇ ਹੋ ਗਏ ਭੇਟਾਵਾਂ ਦੇ,
ਤੇ ਸਤਿਗੁਰੂ ਇਹ ਖਜ਼ਾਨੇ ਵੀ ਲੋੜਵੰਦਾਂ ਨੂੰ ਵੰਡ ਦਿੰਦੇ ਹਨ। ਦੋਹੇਰਾ ਨਾਮ ਜਵਾਹਰ ਸਿੰਘ ਜਿਸ ਜੜੀਆ ਸਿੱਖ ਸੁਨਿਆਰ। ਤੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਿੱਛੇ ਵੀ ਸਰਵਣ ਕੀਤਾ ਕਿ ਸਤਿਗੁਰਾਂ ਦੇ ਕੋਲ ਇੱਕ ਸੁਨਿਆਰਾ ਆਇਆ ਜੋ ਜੜੀਆ ਹੈ, ਭਾਵ ਸੋਨੇ ਦੇ ਗਹਿਣਿਆਂ ਦੇ ਵਿੱਚ ਨਗ ਜੜਨਾ ਉਹਦਾ ਕੰਮ ਹੈ। ਉਹਨੂੰ ਜੜੀਆ ਕਹਿੰਦੇ ਹਨ। ਇਸ ਦਾ ਨਾਮ ਹੈ ਜਵਾਹਰ ਸਿੰਘ। ਸੁਤਾ ਤਰਨ ਤਿਸ ਕੀ ਹੁਤੀ ਸੁੰਦਰ ਬੌਸੋ ਕੁਮਾਰ। ਔਰ ਇਸ ਸੁਨਿਆਰੇ ਦੀ ਇੱਕ ਲੜਕੀ ਸੀ, ਸੁੰਦਰ ਜਵਾਨ ਵਿਆਹੁਣ ਯੋਗ ਰਾਜਕੁਮਾਰੀ। ਚੌਪਈ ਸੋ ਦਰਸ਼ਨ ਹਿਤ ਚਲ ਕਰ ਆਏ ਸੁਖਮ ਬਸਤਰ ਉਪਾਨ ਲਿਆਏ। ਔਰ ਆਪਣੇ ਪਿਤਾ ਦੇ ਨਾਲ ਉਹ ਬੱਚੀ ਵੀ ਦਰਸ਼ਨ ਕਰਨ ਵਾਸਤੇ ਆਈ ਆ, ਭੇਟਾਵਾਂ ਲੈ ਕੇ। ਜਨ ਸਰੋਜਨ ਕੋ ਕਰਨਮ ਬੈਠੀ ਅਵਲੋਕੀ ਤੈ ਸਮੋ। ਔਰ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਮੱਥਾ ਟੇਕ ਕੇ ਦਰਸ਼ਨ ਕਰਨ ਲੱਗੇ ਜੇ। ਇੰਦਕ ਸਿੰਘ ਸਮੀਪ ਥਿਰੀ ਹੈ ਬਾਗ ਵਿਖੇ ਤਰ ਚਾਰ ਤਰੇ ਹੈ। ਔਰ ਬਾਗ ਦੇ ਵਿੱਚ ਸਭਾ ਲੱਗੀ ਹੈ, ਸਿੱਖ ਸੰਗਤਾਂ ਬੈਠੀਆਂ, ਸਿੰਘ ਬੈਠੇ ਨਾ। ਸ਼ਾਹ ਬਹਾਦਰ ਸਹਿਜ ਸੁਪਾਏ ਬਿਰਤ ਸੈਲ ਹਿਤ ਹੀਰਤ ਥਾਏ। ਔਰ ਸ਼ਹਿਰ ਛਪਾਟਾ ਕਰਦਾ ਕਿਤੇ ਬਹਾਦਰ ਸ਼ਾਹ ਵੀ ਆ ਗਿਆ। ਗੁਰੂ ਪਿਆਰਿਓ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਸ ਬਹਾਦਰ ਸ਼ਾਹ ਦੀ ਅੱਖ ਕਿਤੇ ਉਸ ਲੜਕੀ ਤੇ ਚਲੀ ਗਈ ਆ। ਇਹਦੇ ਦਿਮਾਗ ਵਿੱਚ ਖੋਟ ਆ ਗਿਆ, ਮਨ ਵਿੱਚ ਖੋਟ ਆ ਗਿਆ। ਇੱਥੇ ਕੀ ਹੋਇਆ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਹਾਂ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व पंचन मैं। गुणतास। हे संगी हे निरंकार हे निर्गुण सब। हे गोविंद हे गुण निदान। जाके सदा विवेक। हे अपरंपर हर हरे। हो बनहार। हे संत कै सदा संग। दारा आधार। हे ठाकुर होंदा सरो। मैं निर्गुण गुण नहीं कोई। नानक दीजै नाम दान। ना कोई परोए। आए प्रभ शरणागति। कृपा नित दयाल। एक अखर हर मन बसत। नानक होत निहाल। एक अंकार सतगुरु। प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ।